ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬੇ ਕਮਾਲ बारगाहे इनायत के मालक कलयुगी जीवों के उद्धार करता साहिबे सहाबा जोत रूप हार आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत गुरुदेव जी की महान इनायत का सदका साढ़े सारियां दे सिर ते मेरामतमई रखे हत्थ का सदका जीवन का अज का दिन भी प्राप्त होया और इस नवे दिन की जो नवे जन्म समान है शाम अजीजुल नवाज गनीमुल खराज पातशाह गुरु गोविंद सिंह साहिब जी दे मुकद्दस कदमां दी खाक दे नाम करना नसीब होया। सतगुरु जी दी अथा मेहरामन दा सदका सौदर चौंकी दे कीर्तन हर कीरत हमरी रहरास आरती अरदास ते फिर साहिब जी दे पावन हुक्मनामे अपनी झोली च पाए ने। कुछ समा होर सतगुरु पातशाह मेरियां पीरियां दे दाते गुरु हरगोबिंद साहिब महाराज जी दे महान जीवन दियां अमृत गाथावां राही मन गुरु चरनां नाल जुड़ सके एकाग्रता अदब ते आनंद दी दात झोली च पै सके। इसलिए जितने माता भराता हाजरीन हाजरी भर रहे हो पेशतर बहुत ही अदब सहित दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे मुबारक चरण कमलां ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गल वकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक प्रेम सहित सरवण करदियां इतना आपने सरवण किया कि गुरु हरगोबिंद साहिब महाराज जी दे अनन सेवक भाई आकुल जी दे गृह महाराज जी ने बच्ची दी दात बख्शी जिस दा रिश्ता करने वास्ते विचोले नूं भेजिया ते ओ तुकलाणी नगर विच एक वधिया घर देख के रिश्ता कर आया। पर जद बारात दिन दिन रुकी सेवा की सन्मान किया तां भाई सादा जी नूं इस गल दा बोध हो गया कि परिवार सतगुरु गुरु नानक दे घर नाल जुड़िया होया नहीं, ये सखी सरवरीए नाल जुड़े हुए ने।
ਆਪਣੀ ਬੱਚੀ ਨੂੰ ਸਮਝਾਇਆ, ਪੁੱਤਰ ਤੂੰ ਸਦਾ ਗੁਰੂ ਨਾਲ ਜੁੜ ਕੇ ਰਹਿਣਾ, ਤੇ ਗੁਰੂ ਹਾਜ਼ਰ ਨਾਜ਼ਰ ਹੈ, ਗੁਰੂ ਅੰਗ ਸੰਗ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਬੋਲ ਹਨ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਬੂਤੇ। ਗੁਰੂ ਆਪਣੇ ਸੇਵਕਾਂ ਦੇ ਸਦਾ ਨਾਲ ਹੀ ਰਹਿੰਦਾ। ਕਈ ਵਾਰੀ ਐਸਾ ਦੇਖਣ ਵਿੱਚ ਆਉਂਦਾ ਹੈ, ਲਿਬਾਸ ਜ਼ਰੂਰ ਲੋਕਾਂ ਦਾ ਧਾਰਮਿਕ ਹੁੰਦਾ ਹੈ, ਪਰ ਜੀਵਨ ਦੁਸ਼ਟਤਾਈ ਨਾਲ ਭਰਿਆ ਹੁੰਦਾ ਹੈ। ਉਹਨਾਂ ਨੂੰ ਦੇਖ ਕੇ ਬੋਧ ਹੋ ਜਾਂਦਾ ਹੈ, ਹਰ ਵੇਲੇ ਚੁਗਲੀ, ਹਰ ਵੇਲੇ ਨਿੰਦਿਆ, ਹਰ ਵੇਲੇ ਆਕੜ, ਹਰ ਵੇਲੇ ਅਹੰਕਾਰ। ਐਸੇ ਲੋਕ ਗੁਰੂ ਦੀ ਦਰਗਾਹ ਤੋਂ ਫਿਟਕੇ ਹੋਏ ਹੁੰਦੇ ਨੇ। ਉਹਨਾਂ ਵਿੱਚ ਨਿਮਰਤਾ ਦਾ ਭਾਵ, ਪ੍ਰੇਮ ਦਾ ਭਾਵ ਦਿਖਾਈ ਨਹੀਂ ਪੈਂਦਾ। ਦਿਨ ਰਾਤ ਸਾਜ਼ਿਸ਼ਾਂ ਕਰਦੇ ਰਹਿਣਗੇ, ਕਿਉਂਕਿ ਨਿਰਮਲ ਜੀਵਨ ਹੋਰ ਕਿਧਰੇ ਦਿਖਾਈ ਨਹੀਂ ਪੈਂਦਾ। ਉਹ ਨਿਰਮਲ ਜੀਵਨ ਗੁਰੂ ਨਾਨਕ ਦੇ ਚਰਨ ਕਮਲਾਂ ਨਾਲ ਜੁੜਿਆ ਹੀ ਪ੍ਰਾਪਤ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਨਾਲ ਬੇਟਾ ਇਹ ਪਰਿਵਾਰ ਜੁੜਿਆ ਹੋਇਆ ਨਹੀਂ, ਇਹ ਦੁਖੀ ਗੁਰੂ ਨਾਨਕ ਦੇ ਘਰ ਦੇ ਸਖੀ ਸਰਵਰੀਏ ਨਾਲ ਜੁੜਿਆ ਹੋਇਆ। ਇਸ ਲਈ ਸਾਰੀ ਗੱਲ ਸਮਝਾ ਦਿੱਤੀ। ਆਪਨ ਸੁਤਾ ਸੋ ਸਕਲ ਬਖਾਨੀ, ਤੁਮ ਸਸੁਰਾਰ ਹੈ ਸੁਲਤਾਨੀ। ਸੁਲਤਾਨੀਏ ਦੇ ਚੇਲੇ ਹਨ। ਪਰ ਤੈ ਨਹਿ ਮਾਨੋ ਕਹਿ ਕਦਾਈ, ਸਤਿਗੁਰ ਕੇ ਮਾਨੋ ਮਨ ਲਾਈ। ਤੂੰ ਸਖੀ ਸਰਵਰ ਦੀਆਂ ਜੋ ਬਣਾਈਆਂ ਹੋਈਆਂ ਫੋਕਟ ਰਸਮਾਂ ਹਨ, ਉਹਨਾਂ ਨੂੰ ਨਹੀਂ ਮੰਨਣਾ। ਜੈਸੇ ਉਹਨਾਂ ਵਿੱਚ ਇੱਕ ਰੋਟ ਪਕਾ ਕੇ ਜੂਠਾ ਕਰਕੇ ਸਭ ਨੂੰ ਖਵਾਇਆ ਜਾਂਦਾ ਸੀ, ਔਰ ਉਹ ਆਪਣੀ ਝੂਠ ਦੇ ਕੇ ਆਪਣੇ ਚੇਲੇ ਬਣਾਉਂਦੇ ਸਨ। ਗੁਰੂ ਨਾਨਕ ਦੇ ਘਰ ਵਿੱਚ ਪਵਿੱਤਰਤਾ ਦੀ ਖੇਡ ਹੈ। ਇੱਥੇ ਨਿਰਮਲ 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 ਤੇਰੀ ਬਾਣੀ, ਘਟ ਘਟ ਸੁਣੀ ਸਰਵਣ ਬਖਿਆਣੀ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਇਹ ਤੇ ਨਿਰਮਲਤਾ ਦੀ ਮਹਾਨ ਖੇਡ ਵਰਤਦੀ ਹੋਈ ਦਿਖਾਈ ਪੈਂਦੀ ਹੈ। ਤੇ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਆਪਣੇ ਜੀਵਨ ਦਾ ਰਕਸ਼ਕ ਸਮਝ ਕੇ, ਜੀਵਨ ਦੇਣ ਵਾਲਾ, ਜੀਵਨ ਦਾਤਾ ਸਮਝ ਕੇ ਝੁਕਿਆ ਨਹੀਂ ਜਾਂਦਾ। ਇਸ ਲਈ ਤੂੰ ਇਹ ਰੀਤਾਂ ਨਹੀਂ ਮੰਨਣੀਆਂ। ਤੂੰ ਗੁਰੂ ਦੀ ਬਾਣੀ ਪੜ੍ਹਨੀ, ਤੈ ਨਹਿ ਮਾਨੋ ਕਹਿ ਕਦਾਈ। ਭਾਵੇਂ ਜਿਤਨਾ ਮਰਜ਼ੀ ਆਖਣ, ਤੂੰ ਗੁਰੂ ਨਾਨਕ ਦੇ ਘਰ ਨੂੰ ਨਹੀਂ ਛੱਡਣਾ। ਗੁਰੂ ਨਾਨਕ ਦੀ ਬਾਣੀ ਨਾਲ ਜੁੜੇ ਰਹਿਣਾ। ਸਤਿਗੁਰ ਕੋ ਮਾਨੋ ਮਨ। ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਆਪਣਾ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਆਪਣਾ ਮਨ ਜੋੜੀ ਰੱਖਣਾ। ਆਪਣਾ ਮਨ ਇਸੇ ਪਾਸੇ ਹੀ ਸਦਾ ਲਾ ਕੇ ਰੱਖਣਾ ਤੇ ਮਨ ਤੋੜਨਾ ਨਹੀਂ, ਮਨ ਨੂੰ ਦੂਜੇ ਪਾਸੇ ਨਹੀਂ ਲਾਉਣਾ। ਇਸ ਤਰ੍ਹਾਂ ਸਰਵਰ ਦੀ ਕੋਈ ਪੂਜਾ ਬਾਬਤ ਕਦੇ ਨਾ ਮੰਨਣਾ, ਜੋ ਮਰਜ਼ੀ ਇਹ ਆਖਣ। ਇਤਿਆਦਕ ਸ਼ੁਭ 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 ਸਿੱਖਿਆ ਪ੍ਰਦਾਨ ਕੀਤੀ। ਤੇ ਬੱਚੀ ਵੀ ਸੁਣ ਕੇ ਬਹੁਤ ਦੁਖਦ ਹੋਈ। ਭਈ ਦੁਖਦ ਬਹੁ ਆਕੁਲ ਤਨਿਆ, ਹਿਰਦੇ ਬਿਸੂਰਤ ਸਿਰ ਕੋ ਧੁਨਿਆ। ਕਿਹਾ ਇਹ ਕੀ ਹੋਇਆ ਮੇਰੇ ਨਾਲ? ਮੈਂ ਤਾਂ ਗੁਰੂ ਨਾਨਕ ਦੀ ਬੱਚੀ ਹਾਂ ਤੇ ਮੇਰਾ ਸੰਜੋਗ ਕਿੱਥੇ ਹੋ ਗਿਆ। ਕਈ ਵਿਧਵਾ ਇਸ ਤਰ੍ਹਾਂ ਬੱਚੀਆਂ ਲਾਚਾਰ ਹੋ ਜਾਂਦੀਆਂ ਨੇ, ਮਜਬੂਰ ਹੋ ਜਾਂਦੀਆਂ। ਉਹਨਾਂ ਨੂੰ ਮਾਤਾ ਪਿਤਾ ਦੀ ਆਗਿਆ ਵਿੱਚ ਚੱਲਦਿਆਂ ਹੋਇਆਂ ਫੈਸਲਿਆਂ ਨੂੰ ਪ੍ਰਵਾਨ ਕਰਨਾ ਪੈਂਦਾ ਹੈ।
पर नाल ये गल है बई ਜਿਹੜੀਆਂ सतगुरु जी ਦੇ घर ਦੀਆਂ बुलंद महानतावां ने वड्डियां वड्याइयां ने उस नाल सदा ही जुड़ के रहना, क्योंकि गुरु हाज़र नाज़र है, दूर नहीं। ਇਹ कुछ साल पहलां दी गल है। एक परिवार पटियाले विच रहिंदा सी, उन्हां दे बच्ची का रिश्ता आया गुरसिखां वालों। देखण नूं वो भी गुरसिख लगदे सन, पर बाद विच पता चल गया बई ये गुरु ग्रंथ साहब दे सेवक नहीं, ये किसी देहधारी नूं मनदे ने। उसने बतेरा समझाया सस मां नूं बई देहधारी गुरु नहीं हुंदा, गुरु शब्द गुरु है। 10वें जामे गुरु नानक ने देहधारी गुरु दा सदा लई हिसाब मुका के ते जुगो जुग अटल गुरु ग्रंथ साहिब जी नूं थाप दिता है। कई दिन इस तरह गलबात चलती रही। आखिर वो कहण लगे बई ठीक है, साडा गुरु तां जदों बुलाइए साडे घर आ जांदा, ते कई बारी शहर विचों लंघदियां टपदियां अपने आप भी आ जाता। पखंडी गुरु इस तरह दे भी करते हैं। चेले बैठे घरां विच, गुर उठ घरी तिनाड़े जाई, वो ते अपने आप भी आ जाते ने कि श्री गुरु ग्रंथ साहिब महाराज अपने आप आ सकते हैं। आए ने कदी किसी दे घर, जे गुरु ग्रंथ साहब आपे साडे घर आ जाण फिर असी मन सकते। साडा गुरु तो अपने आप ही आ जाता। बहुत सारे गुरु बने हुए दिखाई पैंदे ने, लोकी मत्थे भी टेकदे ने, परिक्रमा भी करते ने, बड़ी धन संपदा भी भेंट करते ने, ते बाद विच पता चलता है ते दुराचारी ते बलात्कारी जेलों में बैठे हुए ने, बड़े गुरु बने सन पहले। ये सारा कुछ साढ़े सामने है, समाज के सामने है, पर असी मनण लगे हैं फिर उस पासे लटक जाते हैं, फिर साडा मन उधर ही डोल जाता है। उसने भी ये गल मन में महसूस की भी इस तरह तो वाकई कदी नहीं होया कि गुरु ग्रंथ साहिब महाराज आप ही चल के किसी दे घर गए होवन। ते अरदास की भी सच्चे पातशाह ये गल मत दे नुकते नाल देखिए, मत दी कसवटी ते रखिए ते सिद्ध नहीं होती। बई तुसी आप भी किसी दे घर गए हो, तुहानूं कोई लैण वास्ते आउंदा है, फिर तुसी जांदे हो। इन्होंने शर्त रख दी है। ये सारा एक मैगजीन में छपया होया सी, उन्हां दिनां च मैं पढ़िया। अज कुदरती मेरे ख्याल में आ गया। एकदम बदल चढ़िया, काली घटा बरसी, ते जिस फ्लैट विच वो रहिंदे सन, उन्हां दे नाल दे फ्लैट विच गुरसिखां दा भी परिवार रहिंदा सी। महाराज जी दा सरूप घर प्रकाशमान सी। बहुत सारे गुरसिखां ते महाराज दी कृपा हुंदी है, वो अपने घर विच सतगुरु जी दा प्रकाश करदे, बाणी पढ़दे ने। कई बारी शब्द सत्कार योग नहीं होंदे, गल चलेगी तो कहणगे भी असी गुरु ग्रंथ साहब घर रखिया होया, यह शब्द वरतणगे। ये शब्द गुरु ग्रंथ साहब जी वास्ते सन्मान योग नहीं। हाँ, ये कहिए बई सानू गुरु साहिब ने मेहर करके निवाज के ते घर विच महाराज ने अपना आसन प्रवान किया होया। महाराज जी का प्रकाश है, शब्द वरत सकते, पर रखिया होया कहना ये सतगुरु जी की शान दे माकूल शब्द नहीं हैगा। वो इस तरह ही कहते बई महाराज जी का घर विच प्रकाश है,
ਤੇ ਸਾਰੇ ਪਰਿਵਾਰ ਨੇ ਮਹਾਰਾਜ ਜੀ ਦੇ ਕੋਲ ਬੈਠ ਕੇ ਨਿਤਨੇਮ ਕਰਨਾ, ਜਾਪ ਕਰਨਾ। ਸਵੇਰੇ ਸ਼ਾਮ ਦਾ ਤੇ ਹੈ ਹੀ ਸੀ, ਦਿਨੇ ਦੁਪਹਿਰੇ ਵੀ ਸਮਾਂ ਬਣਨਾ ਤੇ ਥੋੜ੍ਹੀ ਦੇਰ ਮਹਾਰਾਜ ਕੋਲ ਜਾ ਕੇ ਬੈਠ ਜਾਣਾ। ਨਾਵੀਂ ਬਾਣੀ ਪੜ੍ਹਨੀ ਆਵੇ ਨਾ, ਲੱਗਦੇ ਚਾਰੇ ਤਾਂ ਬਾਣੀ ਸਿੱਖਣੀ ਚਾਹੀਦੀ ਹੈ, ਯਤਨ ਕਰਨਾ ਚਾਹੀਦਾ। ਪਰ ਜੇ ਨਾ ਵੀ ਪੜ੍ਹਨੀ ਆਉਂਦੀ ਹੋਵੇ ਤੇ ਥੋੜ੍ਹੀ ਦੇਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਣਾ ਜ਼ਰੂਰ ਚਾਹੀਦਾ। ਜਿਵੇਂ ਆਪਣੇ ਘਰ ਦੇ ਬਜ਼ੁਰਗ ਕੋਲ ਬੈਠੀਦਾ ਨਾ, ਭਾਗਾਂ ਵਾਲੇ ਘਰ ਹੁੰਦੇ ਜਿਨ੍ਹਾਂ ਦੇ ਘਰਾਂ 'ਚ ਬਜ਼ੁਰਗ ਹੁੰਦੇ, ਉਹਨਾਂ ਦੀ ਅਸੀਸ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੀ ਆਪਣੀ ਸਾਰੀ ਕੌਮ ਦੇ ਸਾਡੇ ਬਜ਼ੁਰਗ ਨੇ, ਗੁਰੂ ਬਾਬਾ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਥੋੜ੍ਹੀ ਦੇਰ ਸੇਵਾ ਕਰਕੇ ਸੁਭਾਗ ਪ੍ਰਾਪਤ ਹੁੰਦਾ ਮਹਾਰਾਜ ਜੀ ਦੇ ਚਰਨਾਂ 'ਚ ਬੈਠਣਾ। ਉਹ ਐਸਾ ਮੀਂਹ ਪਿਆ ਬਈ ਉਹਨਾਂ ਦਾ ਜਿਹੜਾ ਗੁਰੂ ਸਾਹਿਬ ਜੀ ਵਾਲਾ ਕਮਰਾ ਸੀ ਨਾ, ਉਹ ਚੋਣ ਲੱਗ ਪਿਆ, ਬਾਕੀ ਸਾਰਾ ਠੀਕ। ਫਿਰ ਉਹਨਾਂ ਨੇ ਦੇਖਿਆ ਬਈ ਇਸ ਤਰ੍ਹਾਂ ਮਹਾਰਾਜ ਜੀ ਦੇ ਬਸਤਰਾਂ ਦੀ ਬੇਅਦਬੀ ਹੋਵੇਗੀ, ਉੱਪਰ ਚੋਆ ਪੈਂਦਾ ਪਿਆ ਹੈ, ਤੇ ਕਿਉਂ ਨਾ ਨਾਲ ਦੇ ਘਰ ਵਿੱਚ ਪੁੱਛ ਲਈਏ ਬਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਥੋੜ੍ਹੇ ਦਿਨ ਤੁਹਾਡੇ ਘਰ ਵਿੱਚ ਬਿਰਾਜਮਾਨ ਕਰਾ ਦੇਣ। ਉਹ ਕਹਿਣ ਲੱਗੇ, ਪੁੱਛਣਾ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਣ ਨਾ ਕਰਦਾ ਹੈ, ਮਹਾਰਾਜ ਜੀ ਦਾ ਸਰੂਪ ਲੈ ਕੇ ਹੀ ਚੱਲਦੇ ਹਾਂ। ਉਹਨਾਂ ਨੇ ਸਿਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਿਰਾਜਮਾਨ ਕਰਾਇਆ ਤੇ ਉਹਨਾਂ ਦਾ ਦਰਵਾਜ਼ਾ ਜਾ ਖੜਕਾਇਆ। ਆਖਣ ਲੱਗੇ ਬਈ ਸਾਨੂੰ ਪਤਾ ਹੈ ਤੁਸੀਂ ਨਾ ਤੇ ਨਹੀਂ ਕਰਨੀ, ਤੇ ਸਾਡਾ ਕਮਰਾ ਚੋਣ ਲੱਗ ਪਿਆ ਤੇ ਅਸੀਂ 2-4 ਦਿਨਾਂ ਵਿੱਚ ਠੀਕ ਕਰਵਾ ਕੇ ਤੇ ਵਾਪਸ ਲੈ ਜਾਵਾਂਗੇ। ਉਹ ਜਿਹੜੀ ਸੱਸ ਮਾਂ ਸੀ ਨਾ, ਉਹਦਾ ਕੰਠ ਭਾਰਾ ਆਇਆ ਤੇ ਰੋਣ ਲੱਗ ਪਈ। ਉਹ ਬੱਚੀ ਵੀ ਮੱਥਾ ਟੇਕਣ ਲੱਗ ਪਈ। ਲਓ ਦੇਖ ਲਓ ਮਾਤਾ ਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਬੁਲਾਉਣ ਨਹੀਂ ਗਏ ਤੇ ਆਪ ਹੀ ਚੱਲ ਕੇ ਆ ਗਏ। ਸਾਰੇ ਪਰਿਵਾਰ ਨੇ ਮੱਥਾ ਟੇਕਿਆ ਤੇ ਆਖਿਆ ਗੱਲ ਇਹ ਹੈ, ਜੋ ਸ਼ਰਤ ਸੀ ਸਾਡੀ ਮਹਾਰਾਜ ਨੇ ਪੂਰੀ ਕਰ ਦਿੱਤੀ। ਹੁਣ ਠੀਕ ਹੈ, ਇਹ ਘਰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਹੁਣ ਮਹਾਰਾਜ ਆਏ ਤਾਂ ਹੈ ਨੇ, ਪਰ ਰਹਿਣਗੇ ਇੱਥੇ ਹੀ, ਜਾਣਗੇ ਨਹੀਂ ਵਾਪਸ। ਮਹਾਰਾਜ ਜੀ ਦਾ ਹੀ ਘਰ ਹੈਗਾ। ਉਹ ਜਿਹੜੇ ਨਕਲੀ ਗੁਰੂਆਂ ਦੀਆਂ ਫੋਟੋ ਲਾਈਆਂ ਸੀ, ਲਾ ਕੇ ਸੁੱਟ ਦਿੱਤੀਆਂ, ਤੇ ਵਿਸ਼ਵਾਸ ਹੋ ਗਿਆ ਬਈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗਾ ਟਲ ਸਤਿਗੁਰੂ ਸਾਡੀ ਹਰ ਗੱਲ ਸੁਣਦੇ ਨੇ ਤੇ ਮਹਿਸੂਸ ਕਰਦੇ ਨੇ, ਤੇ ਸਾਡੇ ਹਰ ਗੱਲ ਦਾ ਜਵਾਬ ਵੀ ਦਿੰਦੇ ਨੇ, ਤੇ ਸਾਡੀ ਹਰ ਪ੍ਰਾਰਥਨਾ ਵੀ ਸੁਣਦੇ ਨੇ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਤੇ ਸਾਡਾ ਮਨ ਨਿਮਰਤਾ ਨਾਲ ਗੁਰੂ ਭਰ ਦਿੰਦਾ, ਪ੍ਰੇਮ ਨਾਲ ਭਰ ਦਿੰਦਾ, ਤੇ ਗੁਰੂ ਤੋਂ ਟੁੱਟਿਆ ਹੋਇਆਂ ਦਾ ਤੇ ਹੰਕਾਰ ਹੀ ਨਹੀਂ ਮੁੱਕਦਾ। ਉਹ ਮੈਂ ਹੀ ਕਰੀ ਜਾਣ, ਮੈਂ ਕੀਤਾ, ਮੈਂ ਕਰ ਦੇਵਾਂਗਾ। ਮੈਂ ਨਾ ਹੁੰਦਾ ਤੇ ਸ਼ਾਇਦ ਧਰਤੀ ਨਾ ਹੁੰਦੀ। ਕੌਣ ਦੱਸੇ ਪੁਰਖਾ ਤੂੰ ਨਹੀਂ ਸੀ, ਧਰਤੀ ਤਾਂ ਵੀ ਸੀ। ਹੁਣ ਵੀ ਧਰਤੀ ਹੈ ਤੇ ਤੂੰ ਨਹੀਂ ਹੋਵੇਗਾ, ਇਹ ਧਰਤੀ ਤਾਂ ਵੀ ਹੋਵੇਗੀ। ਇਹ ਤੇਰੀ ਰੋਕੀ ਹੋਈ ਨਹੀਂ, ਇਹ ਪ੍ਰਮਾਤਮਾ ਦੀ ਰੁਕੀ ਹੋਈ। ਉਸ ਦੀ ਰਜ਼ਾ ਵਿੱਚ ਬ੍ਰਹਿਮੰਡ ਚੱਲਦਾ ਪਿਆ। ਸਾਡਾ ਤੇ ਸੁਭਾਅ ਹੀ ਇਸ ਤਰ੍ਹਾਂ ਦਾ ਕੁੜਾਵਾ ਬਣ ਜਾਂਦਾ ਹੈ। ਮਹਾਰਾਜ ਕੋਲੋਂ ਮੰਗਣਾ ਚਾਹੀਦਾ ਵੀ ਹੇ ਗੁਰੂ, ਸਾਡੇ ਸੁਭਾਅ ਵਿੱਚ ਤੇਰੀ ਬਰਕਤ ਆਵੇ, ਤੇਰੀ ਮਿਹਰਮਤ ਆਵੇ, ਤੇ ਸਾਡਾ ਜੀਵਨ ਤੇਰੇ ਨਾਲ ਜੁੜ ਜਾਏ, ਤੇ ਅਸੀਂ ਹਰ ਹਾਲ ਵਿੱਚ ਤੇਰੇ ਚਰਨਾਂ ਤੋਂ ਵੱਖ ਨਾ ਹੋਈਏ। ਇਹੀ ਬੱਚੀ ਦਾ ਵੀ ਭਾਵ ਸੀ, ਤੇ ਭਾਈ ਆਕੁਲ ਜੀ ਨੇ ਵੀ ਸਮਝਾਇਆ ਬਈ ਗੁਰੂ ਨਾਲੋਂ ਦੂਰ ਨਹੀਂ ਹੋਣਾ। ਆਪਨ ਸੁਤਾ ਸੋ ਸਕਲ ਬਖਾਨੀ, ਤੁਵ ਸਸੁਰਾਰ ਅਹੈ ਸੁਲਤਾਨੀ, ਤੈ ਨ ਮਾਨੋ ਕਹੈ ਕਦਾਈ, ਸਤਿਗੁਰ ਕੋ ਮਾਨੋ ਮਨ ਲਾਈ। ਮਨ ਗੁਰੂ ਦੇ ਚਰਨਾਂ ਨਾਲ ਜੋੜੀ ਰੱਖਣਾ ਹੈ। ਗੁਰੂ ਸਹਾਈ ਹੋਵੇਗਾ
ਇਹ ਬਚਨ ਆਪਨੇ ਸਰਵਣ ਕੀਤੇ, ਅਗਲੇ ਸਰਵਣ ਕਰੀਏ। ਪੇਸ਼ਤਰ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਹਰਗੋਬਿੰਦ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਰੀ ਵਿਸਰਜਨ ਰੁਦਤ ਵਿਸਾਲਾ। ਦੋਵਾਂ ਪਰਿਵਾਰਾਂ ਨੇ ਰਿਸ਼ਤਾ ਬਣਾਇਆ, ਰਿਸ਼ਤਾ ਕਾਇਮ ਹੋਇਆ, ਫੇਰੇ ਹੋਏ, ਡੋਲੀ ਤੋਰਨ ਲੱਗਿਆਂ ਭਾਈ ਆਕੁਲ ਜੀ ਦੀ ਬੱਚੀ ਵੀ ਬਹੁਤ ਰੋਈ ਕਿ ਮੈਂ ਕਿਹੜੇ ਘਰ ਵਿੱਚ ਜਾ ਰਹੀ ਹਾਂ, ਮੇਰਾ ਭਾਗ ਕੀ ਬਣਿਆ। ਤੇ ਭਾਈ ਆਕੁਲ ਜੀ ਵੀ ਬਹੁਤ ਰੋਏ ਕਿ ਹੇ ਸੱਚੇ ਪਾਤਸ਼ਾਹ, ਆਪਨੇ ਮਿਹਰ ਕੀਤੀ, ਚੌਥੇ ਜਾਮੇ ਤੋਂ ਸਿੱਖੀ ਨਾਲ ਜੋੜਿਆ, ਤੇ ਮਹਾਰਾਜ ਮੈਂ ਅਗਿਆਨਤਾ ਰੱਖ ਕੇ ਪਹਿਲਾਂ ਦੇਖਿਆ ਹੀ ਨਹੀਂ, ਰਿਸ਼ਤਾ ਕਰਨ ਲੱਗੇ। ਕਿਉਂਕਿ ਕੀਤਾ ਕਿ ਜਾਏ, ਅਗਲੇ ਸਿੱਖ ਨਜ਼ਰ ਆਉਂਦੇ ਨੇ, ਦਸਤਾਰਾਂ ਸਜਾਈਆਂ ਹੁੰਦੀਆਂ, ਬੜੇ ਵਧੀਆ ਬੋਲਦੇ ਨੇ, ਬੜਾ ਵਧੀਆ ਸੁਭਾਅ ਪ੍ਰਗਟ ਕਰਦੇ ਨੇ, ਤੇ ਬਾਅਦ ਚ ਪਤਾ ਚੱਲਦਾ ਕਿ ਸਿਆਣੇ ਕਹਿੰਦੇ ਨੇ ਜਾਂ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ। ਬਾਅਦ ਚ ਪਤਾ ਚੱਲਦਾ ਵੀ ਇਹਦੇ ਪਖੰਡੀ ਹੈ, ਸਿੱਖ ਹੈ ਹੀ ਨਹੀਂ, ਲਾਲਚੀ, ਲਾਲਚ ਦੇ ਭਰੇ ਹੋਏ, ਦਾਜ ਮੰਗਣਗੇ ਤੇ ਹੋਰ ਬੜਾ ਕੁਝ ਕਰਦੇ ਹੋਏ ਦਿਖਾਈ ਪੈਂਦੇ ਨੇ। ਤੇ ਦਾਜ ਦੀ ਅੱਗ ਦੇ ਤੰਦੂਰਾਂ ਵਿੱਚ ਕਈ ਸਤਵੰਤੀਆਂ ਸੜਦੀਆਂ ਹੋਈਆਂ ਦਿਖਾਈ ਪਈਆਂ ਨੇ। ਕਈਆਂ ਦਾ ਜੀਵਨ ਜਿਹੜਾ ਉਹ ਤਬਾਹ ਹੋ ਗਿਆ। ਤੇ ਕਾਰਨ ਕੀ ਸੀ? ਉਸ ਘਰ ਵਿੱਚ ਗੁਰੂ ਦੀ ਸਿੱਖੀ ਨਹੀਂ ਸੀ, ਪ੍ਰੇਮ ਨਹੀਂ ਸੀ, ਗੁਰੂ ਮਰਿਆਦਾ ਨਹੀਂ ਸੀ। ਇਸ ਲਈ ਜਦ ਪਤਾ ਚੱਲ ਗਿਆ ਭਾਈ ਆਕੁਲ ਜੀ ਨੂੰ ਤੇ ਬੀਬੀ ਜੀ ਨੂੰ ਵੀ, ਤੇ ਰੋਂਦਿਆਂ ਹੋਇਆਂ ਹੀ ਡੋਲਾ ਤੋਰਿਆ ਗਿਆ। ਪੁੱਤਰ ਸਨੂ ਖਾਲੇ ਤਬ ਚਾਲਾ। ਭਾਈ ਸਾਦਾ ਨੂੰ ਪੁੱਤਰ ਡੋਲਾ ਲੈ ਕੇ ਬਰਾਤ ਲੈ ਕੇ ਚੱਲ ਪਏ। ਗੁਰੂ ਡਰੋਲੀ ਪੂਰਬ ਆਏ। ਸਾਹਿਬ ਸੱਚੇ ਪਾਤਸ਼ਾਹ ਤਾਂ ਪਹਿਲਾਂ ਦੇ ਡਰੋਲੀ ਆਏ ਹੋਏ ਨੇ। ਭਾਈ ਕੀ ਡਰੋਲੀ, ਪਹਿਲਾਂ ਹੀ ਪਹੁੰਚੇ ਹੋਏ ਹਨ। ਉਤਰੇ ਹੁਤੇ ਦੋਸ ਬਿਦਤਾਏ। ਬਹੁਤ ਸਾਰੇ ਦੇਸ਼ ਵਿੱਚ ਬਿਦਤ ਸੀ ਕਿ ਮਹਾਰਾਜ ਇੱਥੇ ਉਤਰੇ ਹੋਏ ਹਨ। ਉਤਰੇ ਹੁਤੇ ਦੇਸ਼ ਬਿਦਤਾਏ, ਸਾਰੇ ਦੇਸ਼ ਵਿੱਚ, ਮਾਲਵੇ ਵਿੱਚ ਇਸ ਗੱਲ ਦੀ ਸਿੱਖਾਂ ਨੂੰ ਖਬਰ ਸੀ ਵੀ ਮਹਾਰਾਜ ਡਰੋਲੀ ਉਤਾਰਾ ਕੀਤਾ ਹੋਇਆ ਹੈ। ਤੁਕਲਾਣੀ ਕੇ ਮਗ ਮੈਂ ਡੇਰਾ। ਇਸ ਵੇਲੇ ਤੁਕਲਾਣੀ ਦੇ ਰਸਤੇ ਵਿੱਚ ਹੀ, ਵੱਡੇ ਘਰ ਤੋਂ ਤੁਕਲਾਣੀ ਨੂੰ ਜਾਂਦਿਆਂ ਰਸਤੇ ਵਿੱਚ ਮਹਾਰਾਜ ਜੀ ਦਾ ਪੜਾਓ ਸੀ। ਉਸ ਵੇਲੇ ਭਜਨ ਕੀਰਤਨ ਹੋਤ ਕਨੇਰਾ। ਦਿਨ ਰਾਤ ਜਪ ਤਪ ਭਜਨ ਕੀਰਤਨ ਸੇਵਾ ਸਿਮਰਨ ਇਹ ਚੱਲ ਰਿਹਾ ਹੈ। ਡੱਲੇ ਘਰ ਸੋ ਗ੍ਰਾਮ ਤੇ ਚਾਲੇ। ਇਸ ਤਰ੍ਹਾਂ ਬਾਰਾਤ ਨਾਲ ਡੋਲਾ ਲੈ ਕੇ ਵੱਡੇ ਘਰ ਨਗਰ ਤੋਂ ਚੱਲੇ ਹਨ। ਦਿਨ ਮੈਂ ਪਰ ਹੀ ਕਾਮ ਵਿਸਾਲੇ। ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਗਰਮੀ ਦਾ ਮੌਸਮ ਹੈਗਾ ਹੈ ਤੇ ਬਹੁਤ ਜ਼ਿਆਦਾ ਤਪਸ਼ ਪਵੇਗੀ। ਜਾਤੇ ਵੱਡੀ ਰਹਿਣ ਤੇ ਪਿਆਨਾ। ਇਸ ਕਰਕੇ ਬਹੁਤ ਵੱਡੇ ਤੜਕੇ ਹੀ ਇਹਨਾਂ ਨੇ ਉੱਥੋਂ ਪ੍ਰਸਥਾਨ ਕੀਤਾ, ਡੋਲਾ ਲੈ ਕੇ ਚੱਲ ਪਏ। ਬਈ ਠੰਡੇ ਠੰਡੇ ਵੱਡੀ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਤੁਕਲਾਣੀ ਨਗਰ ਪਹੁੰਚ ਜਾਵਾਂਗੇ। ਅਰਣੋਦੈ ਪਹੁੰਚੇ ਗੁਰ ਥਾਨਾ। ਤੇ ਸਵੇਰੇ ਸੂਰਜ ਦੀ ਲਾਲੀ ਦੇ ਨਾਲ ਇਹ ਉੱਥੇ ਪਹੁੰਚ ਗਏ ਜਿੱਥੇ ਮਹਾਰਾਜ ਜੀ ਦਾ ਪੜਾਓ ਸੀ, ਡੇਰਾ ਕੀਤਾ ਹੋਇਆ ਸੀ। ਸਾਦਾ ਸਹਿਤ ਬਰਾਤ ਅਗਾਰੀ। ਸਾਦਾ ਆਪਣੇ ਸਾਰੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ, ਬਰਾਤੀਆਂ ਨੂੰ ਨਾਲ ਲੈ ਕੇ ਤੇ ਅੱਗੇ ਅੱਗੇ ਸਾਰੇ ਜਾ ਰਹੇ ਸਨ। ਡੋਰੀ ਸਾਧੂ ਸਹਿਤ ਪਿਛਾਰੀ। ਸਾਦੇ ਦਾ ਪੁੱਤਰ ਭਾਈ ਆਕੁਲ ਜੀ ਦਾ ਦਾਮਾਦ, ਬੀਬੀ ਸੂਰਤੀ ਜੀ ਦਾ ਪਤੀ, ਇਹ ਪਿੱਛੇ ਪਿੱਛੇ ਡੋਲਾ ਲੈ ਕੇ ਆ ਰਹੇ ਸਨ। ਗੁਰ ਢਿਗਿਆ ਸਾ ਵਾਰ ਸੁਗਾਵੇਂ। ਡੋਲੀ ਵਿੱਚ ਬੈਠਿਆਂ ਬੀਬੀ ਜੀ ਨੂੰ ਆਸਾ ਦੀ ਵਾਰ ਦੀਆਂ ਪੰਕਤੀਆਂ ਦਾ ਗਾਇਨ ਸੁਣਾਈ ਪਿਆ। ਉਸ ਨੂੰ ਬੜਾ ਧੀਰਜ ਬਣਿਆ ਬਈ ਹੈ ਰਸਤੇ ਚੱਲਦਿਆਂ ਮਹਾਰਾਜ ਜੀ ਦੀ ਬਾਣੀ ਦਾ ਗਾਇਨ ਸੁਣਾਈ ਪੈ ਗਿਆ।
ਕਿਉਂਕਿ ਗੁਰੂ ਦੀ ਬਾਣੀ ਦਾ ਗਾਇਨ ਸੁਣਨਾ ਗੁਰੂ ਦੀ ਆਵਾਜ਼ ਹੈ। ਸਤਿਗੁਰੂ ਜੀ ਦੇ ਬੋਲ ਹਨ, ਸਤਿਗੁਰੂ ਆਪ ਬੋਲਦੇ ਹਨ। ਤੇ ਸੁਭਾਗਿਆਂ ਨੂੰ ਇਹ ਸਮਝ ਆਉਂਦੀ ਹੈ ਵੀ ਸਤਿਗੁਰੂ ਪਾਤਸ਼ਾਹ ਬੋਲ ਰਹੇ ਨੇ। ਗੁਰੂ ਜਦ ਵੀ ਸਾਧ ਸੰਗਤ ਕਿਸੇ ਨਾਲ ਬੋਲਿਆ ਤਾਂ ਬਾਣੀ ਰੂਪ ਵਿੱਚ ਹੀ ਬੋਲਿਆ। ਜੇ ਕਿਸੇ ਨੂੰ ਬੁਲਾਇਆ ਹੈ ਤਾਂ ਬਾਣੀ ਸੁਣਾਈ। ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦ ਭਾਈ ਲਹਿਣਾ ਜੀ ਨੂੰ ਬੁਲਾਇਆ ਕਰਤਾਰਪੁਰ, ਤਾਂ ਭਾਈ ਜੋਧ ਰਾਹੀਂ ਬਾਣੀ ਸੁਣਾਈ। ਬਾਣੀ ਸੁਣੀ ਭਾਈ ਲਹਿਣਾ ਜੀ ਨੇ, ਤੇ ਅੰਦਰ ਕਸਸ ਜਾਗੀ, ਧੂ ਪੈ ਗਈ। ਤੇ ਆਖਿਆ, ਭਾਈ ਜੋਧ ਇਹ ਕਿਸ ਦੀ ਬਾਣੀ ਗਾ ਰਹੇ ਹੋ? ਉਹ ਕਹਿਣ ਲੱਗੇ, ਜਗਤ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾ ਰਹੇ। ਆਸਾ ਦੀ ਵਾਰ ਦੀਆਂ ਕੁਝ ਪੰਕਤੀਆਂ ਉਹ ਪੜ੍ਹ ਰਹੇ ਸੀ, ਉਹਨਾਂ ਨੂੰ ਸੁਣਾਈ ਪਈਆਂ। ਫਿਰ ਬਿਲਕੁਲ ਇਸੇ ਤਰ੍ਹਾਂ ਜਦ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਬੁਲਾਇਆ, ਤੇ ਉਹਨਾਂ ਨੂੰ ਵੀ ਬੀਬੀ ਅਮਰੋ ਜੀ ਦੇ ਕੋਲੋਂ ਬਾਣੀ ਸੁਣਾਈ ਪਈ ਸੀ। ਬਾਣੀ ਰਾਹੀਂ ਗੁਰੂ ਬੁਲਾਉਂਦਾ। ਜਿਨ੍ਹਾਂ ਨੂੰ ਵੀ ਮਹਾਰਾਜ ਦੀ ਬਾਣੀ ਸੁਣਾਈ ਪਵੇ, ਸਮਝੋ ਗੁਰੂ ਬੁਲਾ ਰਿਹਾ, ਗੁਰੂ ਕਿਰਪਾ ਕਰ ਰਿਹਾ। ਇਹਨਾਂ ਨੇ ਵੀ ਬੀਬੀ ਜੀ ਨੇ ਸੋਚਿਆ ਵੀ ਇਹ ਤਾਂ ਗੁਰੂ ਦੀ ਸਦਾ ਹੈ, ਗੁਰੂ ਬੁਲਾ ਰਿਹਾ ਹੈ, ਗੁਰੂ ਪਾਤਸ਼ਾਹ ਦੀ ਮਿਹਰ ਹੈ, ਤੇ ਮੈਨੂੰ ਬਾਣੀ ਦਾ ਕੀਰਤਨ ਸੁਣਾਈ ਪਿਆ ਹੈ। ਬਾਦ ਤੇ ਆਦ ਰਬਾਬ ਬਜਾਵੇਂ। ਬਹੁਤ ਸਾਰੇ ਰਬਾਬੀਆਂ ਦੇ ਨਾਲ ਮਿਲ ਕੇ ਸਿੱਖ ਕੀਰਤਨ ਕਰ ਰਹੇ ਨੇ, ਤੇ ਤਬਲਾ ਆਦਿਕ ਹੋਰ ਸਾਜ਼ ਵੱਜ ਰਹੇ ਹਨ। ਆਕੁਲ ਕੀ ਦੁਹਤਾ ਸੁਨ ਕਾਨ। ਔਰ ਇਸ ਤਰ੍ਹਾਂ ਦੇ ਨਾਲ ਆਕੁਲ ਜੀ ਦੀ ਸਪੁੱਤਰੀ ਨੇ ਇਹ ਮਹਾਰਾਜ ਜੀ ਦੇ ਬੋਲ ਆਪਣੇ ਸਰਵਣਾ ਵਿੱਚ ਮਹਿਸੂਸ ਕੀਤੇ। ਸ੍ਰੀ ਗੁਰ ਡੇਰਾ ਹੈ ਪਛਾਨ। ਤੇ ਪਤਾ ਚੱਲ ਗਿਆ, ਜਿਉਂ-ਜਿਉਂ ਡੋਲਾ ਨੇੜੇ ਆਉਂਦਾ ਗਿਆ, ਆਵਾਜ਼ ਹੋਰ ਕਲੀਅਰ ਸੁਣਾਈ ਪੈਣ ਲੱਗ ਪਈ। ਤੇ ਉਸ ਨੂੰ ਪਤਾ ਚੱਲ ਗਿਆ ਵੀ ਗੁਰੂ ਪਾਤਸ਼ਾਹ ਨੇ ਮੇਰੇ ਵਾਸਤੇ ਰਸਤੇ 'ਚ ਪੜਾਓ ਕੀਤਾ ਹੋਇਆ, ਇਹ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਨਿਵਾਜਿਆ, ਮੇਰੇ ਤੇ ਮਿਹਰ ਭਰੀ ਨਜ਼ਰ ਕੀਤੀ ਹੈ। ਤੇ ਹੋਰ ਇਸ ਤਰ੍ਹਾਂ ਕੀਰਤਨ ਕਿਧਰੇ ਹੁੰਦਾ ਨਹੀਂ, ਮਹਾਰਾਜ ਜੀ ਦਾ ਹੀ ਪੜਾਓ ਹੈ। ਪਿਤ ਕੇ ਸੰਗ ਗਈ ਬਹੁ ਬਾਰੀ। ਕਿਉਂਕਿ ਆਪਣੇ ਪਿਤਾ ਭਾਈ ਆਕੁਲ ਜੀਆਂ ਦੇ ਨਾਲ ਬੜੀ ਦਫਾ ਮਹਾਰਾਜ ਜੀ ਦੇ ਹਾਜ਼ਰੀ ਭਰੀ ਸੀ, ਦਰਸ਼ਨ ਕੀਤੇ ਸਨ, ਤੇ ਕੀਰਤਨ ਸਰਵਣ ਕੀਤਾ ਸੀ। ਇਸ ਤਰ੍ਹਾਂ ਸਾਜ਼ ਵੱਜਦੇ ਹੋਏ ਮਹਿਸੂਸ ਕੀਤੇ ਸਨ। ਜਾਂ ਹੋ ਸਕਦਾ ਜਿਹੜੇ ਕੀਰਤਨੀਏ ਪਹਿਲਾਂ ਇਹਨਾਂ ਨੇ ਸੁਣੇ ਹੋਣ, ਉਹਨਾਂ ਦੀ ਹੀ ਆਵਾਜ਼ ਆ ਰਹੀ ਹੋਵੇ, ਉਹੀ ਬਾਣੀ ਗਾ ਰਹੇ ਹੋਵਣ। ਦਰਸ਼ਨ ਦੇਖਿਓ ਤੋ ਅਗਾਰੀ। ਮਹਾਰਾਜ ਸੱਚੇ ਪਾਤਸ਼ਾਹ ਦਾ ਜਿੱਥੇ ਪੜਾਓ ਹੁੰਦਾ, ਉੱਥੇ ਕਿਸ ਤਰ੍ਹਾਂ ਦਾ ਸਾਰਾ ਮਾਹੌਲ ਹੁੰਦਾ ਸੀ, ਇਸ ਨੇ ਪਹਿਲਾਂ ਦਰਸ਼ਨ ਕੀਤੇ ਹੋਏ ਸਨ। ਜਿਤਹਿ ਉਪਾਏ ਸਮੀਪ ਗਵਨ ਕੋ। ਮਨ ਵਿੱਚ ਡੋਲੀ ਵਿੱਚ ਬੈਠਿਆਂ ਮਨ ਵਿੱਚ ਸੋਚਦੇ ਨੇ ਬਈ ਹੈ ਗੁਰੂ ਐਸੀ ਕਲਾ ਵਰਤਾਓ, ਮਿਹਰ ਕਰੋ, ਤੇ ਮੈਂ ਆਪ ਜੀ ਦੇ ਦਰਸ਼ਨ ਕਰ ਸਕਾਂ, ਤੁਹਾਡੀ ਨੇੜਤਾ ਮਿਲ ਸਕੇ। ਡੋਲੀ ਵਿੱਚ ਮਾਤਾ ਪਿਤਾ ਨੇ ਕੁਝ ਰਸਤੇ ਵਿੱਚ ਛਕਣ ਲਈ ਬਾਦਾਮ ਵਗੈਰਾ ਵੀ ਰੱਖੇ ਹੋਏ ਨੇ, ਖਾਧੇ ਹੋਏ ਨਹੀਂ ਸਨ, ਉਹ ਐਜ਼ ਇਟ ਇਜ਼ ਰੱਖੇ ਹੋਏ ਸਨ। ਤੇ ਮਨ ਵਿੱਚ ਸੋਚਿਆ ਇਹ ਭੇਟਾ ਵੀ ਰੱਖ ਦੇਵਾਂਗੀ, ਤੇ ਜੇ ਮਹਾਰਾਜ ਮਿਹਰ ਕਰ ਦਿਓ ਮੈਨੂੰ ਦਰਸ਼ਨ ਮਿਲ ਜਾਣ। ਇਸ ਤਰ੍ਹਾਂ ਚਿਤਵਣ ਲੱਗੇ ਹਨ। ਕਹਿਓ ਕਹਾਰਨ ਸੰਗ ਬਚਨ ਤੇ ਕਹਾਰ ਕਹਿੰਦੇ ਨੇ ਜਿਹੜੇ ਡੋਲੀ ਉਠਾ ਕੇ ਮੋਢਿਆਂ ਤੇ ਲੈ ਕੇ ਜਾਂਦੇ ਨੇ, ਉਹਨਾਂ ਨੂੰ ਇਹਨਾਂ ਨੇ ਆਖਿਆ, ਤੁਮ ਜਾਣਤ ਹੋ ਸਗਰੀ ਬਾਤ। ਆਖਿਆ ਤੁਸੀਂ ਸਾਰੇ ਜਾਣਦੇ ਹੋ, ਸਾਰੀ ਗੱਲ ਦਾ ਤੁਹਾਨੂੰ ਪਤਾ ਹੈ। ਹਮ ਗੁਰ ਕੋ ਸਿੱਖ ਸਦ ਬਖਿਆਤ। ਅਸੀਂ ਤੇ ਸਦਾ ਤੋਂ ਉਸ ਗੁਰੂ ਦੇ ਸਿੱਖ ਹੈਗੇ ਆ ਜਿਹੜਾ ਸਾਰੀ ਦੁਨੀਆ ਵਿੱਚ ਵਿਖਿਆਤ ਹੈ, ਜਿਨ੍ਹਾਂ ਦੀ ਖਿਆਤੀ ਸਾਰੇ ਜਗਤ ਵਿੱਚ ਹੈ। ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਤੋਂ ਸਿੱਖ ਹੈਗੇ ਆ। ਇਹੋ ਡੇਰਾ ਟਿਗਿਆ ਹੈ ਗੁਰ ਕੇਰਾ। ਜਿੱਥੋਂ ਦੀ ਅਸੀਂ ਲੰਘਦੇ ਪਏ ਆ, ਨਾਲ ਹੀ
ਸਤਿਗੁਰੂ ਜੀ ਦਾ ਡੇਰਾ ਬਣਿਆ ਹੋਇਆ ਪੜਾਓ ਹੈ। ਚਲਤ ਚਾਹੋ ਮੈਂ ਦਰਸ਼ਨ ਹੈਰਾ। ਤੇ ਮੇਰੇ ਮਨ ਦੀ ਖਾਹਿਸ਼ ਹੈ ਬਈ ਮਹਾਰਾਜ ਜੀ ਦਾ ਦਰਸ਼ਨ ਕਰਕੇ ਅੱਗੇ ਚਲੇ ਜਾਂਦੇ। ਥੋੜਾ ਜਿਹਾ ਸਮਾਂ ਦੇ ਦਿਓ ਤੇ ਦਰਸ਼ਨ ਕਰ ਲਵੀਏ। ਹਿਮ ਕੈ ਦਰਬ ਕਹਾਰਨ ਦੀਨ। ਇਸ ਤਰ੍ਹਾਂ ਕਹਿ ਕੇ ਕੁਝ ਉਹਦੇ ਕੋਲ ਪੈਸੇ ਸਨ, ਉਹ ਵੀ ਕਹਾਰਾਂ ਨੂੰ ਦਿੱਤੇ। ਲਗੇ ਲੋਭ ਤਬ ਚਲਬੋ ਕੀਨਾ। ਉਹਨਾਂ ਨੂੰ ਵੀ ਚੰਗਾ ਲੱਗਿਆ, ਕਿਹਾ ਠੀਕ ਹੈ, ਨਾਲੇ ਪੈਸੇ ਮਿਲ ਗਏ ਤੇ ਨਾਲੇ ਤੁਹਾਡੇ ਬਹਾਨੇ ਅਸੀਂ ਵੀ ਦਰਸ਼ਨ ਕਰ ਲਵਾਂਗੇ। ਨਾਲ ਨਾਲ ਚੱਲ ਪਏ ਹਨ। ਦੂਰ ਟਿਕਾਏ ਉਤਰ ਕਰ ਡੋਰੀ। ਦੂਰ ਹੀ ਡੋਲੇ ਤੋਂ ਉਤਰ ਕੇ ਬੀਬੀ ਜੀ ਗਵਨੀ ਸਿਰ ਹਰ ਗੋਬਿੰਦ ਹੋਰੀ। ਤੇ ਉਹੀ ਸ਼ਾਦੀ ਦੇ ਬਸਤਰ ਪਾਏ ਹੋਏ ਨੇ, ਜੋ ਸੁਹਾਗ ਦੇ ਚਿੰਨ੍ਹ ਸਨ ਉਹ ਸਜੇ ਹੋਏ ਨੇ, ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਚੱਲ ਪਏ ਹਨ। ਆਕੁਲ ਸੁਤਾਇ ਆਨੰਦ ਮਨ ਧਾਰਿਓ। ਤੇ ਬਹੁਤ ਆਨੰਦਿਤ ਹੋਏ ਬਈ ਵੱਡੀ ਕਿਰਪਾ ਹੋ ਗਈ, ਇਸ ਤੋਂ ਉੱਤੇ ਹੋਰ ਕੀ ਹੋ ਸਕਦਾ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ, ਰੋਮ ਰੋਮ ਰਸ ਨਾਲ ਭਰ ਗਿਆ। ਬੈਠੇ ਸਤਗੁਰ ਦਰਸ ਨਿਹਾਰਿਓ। ਇਹ ਵੀ ਦੇਖ ਲਿਆ ਵੀ ਸਾਹਮਣੇ ਸਜੇ ਦੀਵਾਨ ਵਿੱਚ ਸੋਹਣੇ ਸਿੰਘਾਸਣ ਤੇ ਚੌਰ ਹੁੰਦਾ ਪਿਆ, ਕੀਰਤਨ ਹੋ ਰਿਹਾ, ਸੰਗਤਾਂ ਸਜੀਆਂ ਹੋਈਆਂ ਨੇ, ਸੰਤ ਸਿਪਾਹੀ ਸੈਨਿਕ ਸਜੇ ਹੋਏ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਿਰਾਜ ਕੇ ਦੀਦਾਰ ਬਖਸ਼ ਰਹੇ ਹਨ। ਸਭਾ ਵਿਸਾਲ ਲਗੀ ਚੋਂ ਫੇਰੀ। ਤੇ ਸਭ ਪਾਸੇ ਬਹੁਤ ਵੱਡਾ ਦੀਵਾਨ ਸਜਿਆ ਹੋਇਆ ਹੈ। ਨਰ ਨਾਰੀ ਸੁਨ ਸ਼ਬਦ ਘਨੇਰੇ। ਬਹੁਤ ਇਸਤਰੀ ਪੁਰਸ਼ ਸੰਗਤਾਂ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚੀਆਂ ਹੋਈਆਂ ਤੇ ਸ਼ਬਦ ਮਹਾਰਾਜ ਜੀ ਦੀ ਬਾਣੀ ਦਾ ਗਾਇਨ ਸੁਣ ਰਹੇ ਹਨ। ਜੁਗ ਕਰ ਜੋਰ ਬੰਦਨਾ ਕੀਨਾ। ਤੇ ਦੋਵੇਂ ਹੱਥ ਜੋੜ ਕੇ ਨੇਤਰ ਜਲ ਨਾਲ ਭਰੇ ਹੋਏ ਹਨ ਤੇ ਬੀਬੀ ਜੀਆਂ ਨੇ ਬੰਦਨਾ ਕੀਤੀ ਹੈ। ਬੈਠੀ ਸ਼ਬਦ ਵਿਖੈ ਚਿਤ ਦੀਨ। ਤੇ ਮਹਾਰਾਜ ਜੀ ਦੇ ਨੇੜੇ ਹੋ ਕੇ ਬੈਠ ਗਏ ਤੇ ਧਿਆਨ ਸ਼ਬਦ ਵਿੱਚ ਜੁੜ ਗਿਆ। ਇਤਕ ਬਾਰ ਮੈਂ ਆਸਾ ਬਾਰ। ਇਸ ਤਰ੍ਹਾਂ ਕੁਝ ਸਮੇਂ ਵਿੱਚ ਆਸਾ ਦੀ ਵਾਰ ਦਾ ਕੀਰਤਨ ਪਾਇਓ ਭੋਗ ਆਨੰਦ ਕੋ ਤਾਰ। ਕੁਝ ਸਮਾਂ ਬੈਠਿਆ ਹੋਇਆ ਤੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ, ਭੋਗ ਪਾਇਆ ਗਿਆ। ਤਬ ਸਤਗੁਰ ਤਿਸ ਔਰ ਨਿਹਾਰੇ। ਤੇ ਸਮਾਪਤੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਆਕੁਲ ਜੀ ਦੀ ਕੰਨਿਆ ਵੱਲ ਦੇਖਿਆ। ਸਗਰੋ ਵਿਆਸ ਵਿਆਹ ਕੋ ਧਾਰੇ। ਕਿਉਂਕਿ ਸਾਰਾ ਉਹਨਾਂ ਦਾ ਲਿਬਾਸ ਇਸ ਤਰ੍ਹਾਂ ਸੀ ਜਿਵੇਂ ਹੁਣੇ ਹੀ ਵਿਆਹ ਹੋਇਆ ਹੈ, ਡੋਲੇ 'ਚ ਪੈ ਕੇ ਆਏ ਹਨ। ਇਹ ਤਾਂ ਮਹਾਰਾਜ ਜਾਣਦੇ ਵੀ ਹਨ। ਵੱਡੀ ਪ੍ਰਾਤ ਕਿਤ ਤੇ ਚਲ ਆਈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਬੇਟਾ ਵੱਡਾ ਸਵੇਰਾ ਅੰਮ੍ਰਿਤ ਵੇਲਾ, ਕਿੱਥੋਂ ਆਏ ਹੋ ਤੁਸੀਂ? ਉਹ ਕਾਰਜ ਅਰ ਕਹਾਂ ਸਿਧਾਈ। ਤੁਸੀਂ ਕਿਹੜੇ ਕੰਮ ਵਾਸਤੇ ਆਏ ਹੋ? ਕਿੱਥੇ ਹੋ? ਕਿੱਥੋਂ ਆਏ ਹੋ ਤੇ ਕਿੱਥੇ ਜਾ ਰਹੇ ਹੋ? ਆਕੁਲ ਸੁਤਾ ਕਹਿਓ ਤਿਸ ਵੇਰੇ। ਤੇ ਬਾਬਾ ਆਕੁਲ ਜੀ ਦੀ ਸੁਪੁੱਤਰੀ ਨੇ ਉਸ ਵੇਲੇ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ ਹੈ। ਗ੍ਰਹਿ ਵੱਡੇ ਘਰ ਨੈ ਹਰ ਮੇਰੇ। ਆਖਿਆ ਸੱਚੇ ਪਾਤਸ਼ਾਹ ਆਪ ਅੰਤਰਯਾਮੀ ਹੋ, ਵੱਡੇ ਘਰ ਵਿੱਚ ਮੇਰਾ ਪੇਕਾ ਹੈ। ਸਰਵਰ ਕੇ ਸੇਵਕ ਸਸੁਰਾਰੇ। ਪਰ ਜਿਹੜੇ ਮੈਨੂੰ ਸਹੁਰਾ ਪਰਿਵਾਰ ਮਿਲਿਆ ਹੈ, ਸਖੀ ਸਰਵਰ ਨੂੰ ਮੰਨਣ ਵਾਲੇ ਨੇ, ਇਹ ਵੀਰਵਾਰ ਨੂੰ ਚਿੱਟੀ ਚਾਦਰ ਵਿਛਾ ਕੇ ਬਹਿ ਜਾਂਦੇ ਨੇ ਤੇ ਰੋਟੀ ਜੂਠੀ ਕਰਕੇ ਸਾਰਿਆਂ ਨੂੰ ਖਵਾਉਂਦੇ ਨੇ, ਪਖੰਡੀ ਨੇ, ਤੇ ਸਾਡਾ ਇਹਨਾਂ ਨਾਲ ਨਾਤਾ ਬਣ ਗਿਆ ਹੈ। ਇਹ ਚਿੰਤਾ ਚਿਤ ਪਈ ਉਦਾਰੇ। ਸੱਚੇ ਪਾਤਸ਼ਾਹ ਮੇਰੇ ਮਨ ਵਿੱਚ ਵੱਡੀ ਚਿੰਤਾ ਬਣ ਗਈ ਹੈ। ਅਬ ਮੈਂ ਦਰਸ਼ਨ ਕਰਹੂੰ ਗੁਰ ਕਾ। ਰੋਂਦਿਆਂ ਹੋਇਆਂ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਹੁਣ ਤਾਂ ਮੈਂ ਆਪ ਜੀ ਦੀ ਮਿਹਰ ਨਾਲ ਦਰਸ਼ਨ ਕਰ ਲਿਆ, ਹੁਣ ਤੱਕ ਦਰਸ਼ਨ ਆਪ ਜੀ ਦਾ ਕਰਦੇ ਰਹੇ ਹਾਂ। ਪੂਰਨ ਹੋਏ ਮਨੋਰਥ ਉਰੇ ਕਾ। ਸਾਡੇ ਹਿਰਦੇ ਦੇ ਸਾਰੇ ਮਨੋਰਥ ਪੂਰਨ ਹੋਏ ਹਨ। ਹੁਣ ਮੈਂ ਪਰ ਬਸ ਪਰੋਂ ਦੁਖਾਰੀ। ਪਰ ਹੁਣ ਅੱਜ ਦਰਸ਼ਨ ਹੋ ਗਿਆ, ਫਿਰ ਪਤਾ ਨਹੀਂ ਦੁਬਾਰੇ ਦਰਸ਼ਨ ਹੋਏਗਾ ਕਿ ਨਹੀਂ ਹੋਏਗਾ, ਕਿਉਂਕਿ ਮੈਂ ਪਰਵਸ ਹੋ ਜਾਵਾਂਗੀ, ਲੈ ਕੇ ਆਉਣਗੇ ਤਾਂ ਹੀ ਆਵਾਂਗੀ।
ਉਹਨਾਂ ਦੀ ਆਗਿਆ ਬਿਨਾਂ ਨਹੀਂ ਆ ਸਕਾਂਗੀ। ਨਹਿ ਮੇਰੋ ਬਸ ਚਲਹਿ ਵਿਚਾਰੀ। ਮੇਰਾ ਕੋਈ ਵਸ, ਮੇਰਾ ਕੋਈ ਚਾਰਾ ਨਹੀਂ ਚੱਲੇਗਾ ਕਿ ਮੈਂ ਆਪ ਜੀ ਦੇ ਦਰਸ਼ਨ ਕਰ ਸਕਾਂ। ਜਾਂ ਤੇ ਮੈਂ ਚਲ ਕਰ ਅਬਿਆਈ। ਇਸ ਕਰਕੇ ਰਸਤੇ ਵਿੱਚ ਆਪ ਜੀ ਦਾ ਪੜਾਅ ਮੇਰੇ ਭਾਗ ਕਰਕੇ ਬਣਿਆ ਹੋਇਆ ਸੀ ਤੇ ਮੈਂ ਆਪ ਜੀ ਦੇ ਦਰਸ਼ਨਾਂ ਲਈ ਆ ਗਈ ਹਾਂ। ਸੁਨਿਓ ਸ਼ਬਦ ਤੁਮ ਦਰਸ਼ਨ ਪਾਈ। ਆਪ ਜੀ ਦੀ ਪਾਵਨ ਬਾਣੀ ਦੀ ਆਵਾਜ਼ ਸਰਵਣਾ ਤੱਕ ਪਹੁੰਚੀ ਤੇ ਆਪ ਜੀ ਦੇ ਦਰਸ਼ਨਾਂ ਲਈ ਪਹੁੰਚ ਗਈ ਹਾਂ। ਸੁਨ ਕੰਨਿਆ ਤੇ ਭੈ ਕਿਰਪਾਲ। ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ। ਮੈਂ ਤੁਹਾਡੇ ਦਰਸ਼ਨ ਕੀਤੇ ਹਨ, ਪਤਾ ਨਹੀਂ ਫਿਰ ਹੋਣਗੇ ਕਿ ਨਹੀਂ ਹੋਣਗੇ। ਇਹ ਸੁਣ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆ ਗਏ। ਮੇਰ ਦੀ ਨਜ਼ਰ ਨਾਲ ਤੱਕਿਆ, ਹੇਰੀ ਸਰਧਾ ਪਾਉ ਵਿਸਾਲ। ਮਹਾਰਾਜ ਜੀ ਨੇ ਦੇਖਿਆ ਵੀ ਬੜੀ ਸ਼ਰਧਾ ਨਾਲ ਭਰਿਆ ਹੋਇਆ ਸਿੱਖ ਬੱਚੀ ਦਾ ਹਿਰਦਾ ਹੈ, ਬਹੁਤ ਪ੍ਰੇਮ ਨਾਲ ਭਰਿਆ ਹੋਇਆ ਹੈ। ਸ੍ਰੀ ਮੁਖ ਤੇ ਅੰਮ੍ਰਿਤ ਸਮ ਕਹਿਓ। ਤੇ ਬਹੁਤ ਮਿਠਾਸ ਭਰੇ ਅੰਮ੍ਰਿਤਮਈ ਲਹਿਜੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਬਚਨ ਕੀਤਾ। ਤੇਰੋ ਲੇਖੀ ਸੀ ਵਿਦ ਲਹਿਓ। ਮਹਾਰਾਜ ਕਹਿਣ ਲੱਗੇ ਪੁੱਤਰੀ ਤੇਰਾ ਲੇਖ ਤੇਰਾ ਮੱਥੇ ਵਿੱਚ ਲਿਖਿਆ ਹੋਇਆ ਇਸੇ ਤਰ੍ਹਾਂ ਦਾ ਹੀ ਹੈਗਾ ਸੀ। ਚਲ ਆਈ ਸਤ ਸੰਗਤ ਸਰਨੀ। ਪਰ ਹੁਣ ਰਸਤੇ ਵਿੱਚ ਚਲਦਿਆਂ ਹੋਇਆਂ ਤੂੰ ਸੰਗਤ ਵਿੱਚ ਆ ਗਈ ਹੈ। ਲਿਖੈ ਲੇਖ ਅਬ ਜਾਓ ਸੁਭ ਕਰਨੀ। ਤੇ ਕੋਈ ਗੱਲ ਨਹੀਂ, ਜੇ ਪਹਿਲਾਂ ਲੇਖ ਇਸ ਤਰ੍ਹਾਂ ਦਾ ਲਿਖਿਆ ਹੋਇਆ ਹੈ ਤੇ ਹੁਣ ਦੁਬਾਰੇ ਅਸੀਂ ਲੇਖ ਲਿਖ ਦਿੰਦੇ ਹਾਂ। ਤੂੰ ਗੁਰੂ ਦੀ ਚੰਗ ਸੰਗਤ ਦੀ ਚਰਨ ਸ਼ਰਨ ਵਿੱਚ ਆਈ ਹੈ ਤੇ ਅਸੀਂ ਦੁਬਾਰੇ ਸ਼ੁਭ ਕਰਮਾਂ ਵਾਲਾ ਚੰਗਾ ਲੇਖ ਲਿਖ ਦਿੰਦੇ ਹਾਂ। ਦੋਹਰਾ ਪਿਤਾ ਦਿਓ ਪਕਵਾਨ ਕੁਛ ਸੋ ਗੁਰੇ ਅਗਰ ਚੜਾਏ। ਜਿਹੜੇ ਕੁਝ ਪਦਾਰਥ ਕੁਝ ਹੋਰ ਡਰਾਈ ਫਰੂਟ ਆਦਿਕ ਜੋ ਮਾਤਾ ਪਿਤਾ ਨੇ ਪਾਲਕੀ ਵਿੱਚ ਨਾਲ ਰੱਖ ਦਿੱਤੇ ਸਨ। ਮਾਤਾ ਪਿਤਾ ਨੂੰ ਫਿਕਰ ਹੁੰਦਾ ਨਾ ਬਈ ਪੁੱਤਰ ਜਿੱਥੇ ਭੁੱਖ ਲੱਗੇ ਖਾ ਲਵੇ। ਉਹ ਜਿਹੜੇ ਸੰਸਾਰੇ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਕੀਤੇ ਸਨ। ਧੰਨ ਗੁਰੂ ਸਭ ਸਕਤ ਤਰ ਲੀਜੈ। ਔਰ ਇਸ ਤਰ੍ਹਾਂ ਦੇ ਨਾਲ ਧੰਨ ਗੁਰੂ ਸਭ ਨੇ ਆਖਿਆ ਔਰ ਸਭ ਸਕਤ ਧਰ ਲੀਜੈ। ਪਿਤਾ ਦਿਓ ਪਕਵਾਨ ਕੁਛ ਸੋ ਘਰ ਅਗਰ ਚੜਾਏ। ਧੰਨ ਗੁਰੂ ਸਭ ਸਕਤ ਧਰ ਲੀਜੈ ਹੈ ਮੋਹਿ ਬਚਾਏ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸ਼ਕਤੀਵਾਨ ਹੋ, ਧਨਤਾ ਦੇ ਯੋਗ ਹੋ, ਸਾਰੀਆਂ ਸ਼ਕਤੀਆਂ ਤੁਹਾਡੇ ਚਰਨਾਂ 'ਚ ਹਨ ਤੇ ਮੈਨੂੰ ਨਾਸਤਿਕਤਾ ਦੇ ਘਰ ਤੋਂ ਬਚਾ ਲਵੋ। ਪਈ ਸੁਨ ਪਰਸਨ ਗੁਰ ਬਾਕ ਵਖਾਨਾ। ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪ੍ਰਸੰਨ ਹੋ ਗਏ ਤੇ ਆਪਣੀ ਰਸਨਾ ਤੋਂ ਇਹ ਅੰਮ੍ਰਿਤ ਬਾਕ ਆਖਿਆ। ਨਵੇਂ ਲੇਖ ਲਿਖਵੋ ਤੁਮ ਠਾਨਾ। ਆਖਿਆ ਹੁਣ ਤੇਰਾ ਲੇਖ ਨਵਾਂ ਲਿਖ ਦਿੱਤਾ। ਪਹਿਲੇ ਜੋ ਭਾਗ ਲਿਖਿਆ ਹੋਇਆ ਸੀ ਉਹ ਇਸ ਤਰ੍ਹਾਂ ਹੀ ਸੀ, ਪਰ ਹੁਣ ਅਸੀਂ ਨਵਾਂ ਲਿਖ ਦਿੱਤਾ ਹੈ। ਪਿਤਾ ਤੋਹੇ ਸਿੱਖ ਸੋ ਤੋ ਤਰਿਓ। ਪੁੱਤਰੀ ਜਿਹੜਾ ਤੇਰਾ ਪਿਤਾ ਹੈ ਉਹ ਤਾਂ ਸਿੱਖ ਹੈਗਾ ਤੇ ਉਹ ਸੰਸਾਰ ਸਾਗਰ ਤੋਂ ਪਾਰ ਉਤਰਿਆ ਹੋਇਆ ਹੈ। ਸਸੁਰਾਰ ਕਿਰਤਾਰਥ ਕਰਿਓ। ਹੁਣ ਤੇਰੇ ਜਾਣ ਨਾਲ ਤੇਰਾ ਸਹੁਰਾ ਘਰ ਵੀ ਨਿਹਾਲ ਹੋ ਜਾਏਗਾ। ਨਵਾਂ ਲੇਖ ਲਿਖ ਦਿੱਤਾ ਹੈ। ਸਿੱਖੀ ਦਾਨ ਦੀਨ ਹਮ ਤੋਹੀ। ਸਾਧ ਸੰਗਤ ਜੀਓ, ਜੇ ਮਾੜੇ ਕਰਮ ਵੀ ਹੋਣ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਆ ਕੇ ਸਿਰ ਰੱਖੀਏ, ਮੱਥਾ ਟੇਕੀਏ, ਨਮਸਕਾਰ ਕਰੀਏ, ਸੇਵਾ ਕਰੀਏ ਤਾਂ ਮਹਾਰਾਜ ਮਾੜੇ ਕਰਮ ਮਿਟਾ ਕੇ ਚੰਗੇ ਲਿਖ ਦਿੰਦੇ, ਚੰਗੀ ਲਕੀਰ ਪਾ ਦਿੰਦੇ। ਭੈੜਾ ਜੀਵਨ ਪਵਿੱਤਰਤਾ ਨਾਲ ਭਰ ਜਾਂਦਾ। ਤੁਸੀਂ ਦੇਖ ਲਓ ਜਦ ਵੀ ਐਸਾ ਹੋਇਆ ਉਹ ਲੇਖ ਬਦਲ ਗਏ ਹਨ ਤੇ ਜੀਵਨ ਪਾਵਨਤਾ ਨਾਲ ਭਰ ਜਾਂਦਾ। ਭਾਈ ਬਿਧੀ ਚੰਦ ਬਹਾਦਰ ਬਾਬਾ ਬਿਧੀ ਚੰਦ ਜੀ ਦਾ ਜੀਵਨ ਦੇਖੀਏ। ਪਹਿਲਾਂ ਕੁਝ ਭਾਗ ਹੋਰ ਲਿਖੇ ਹੋਏ ਨੇ, ਪਰ ਜਦੋਂ ਭਾਈ ਅਦਲੀ ਜੀ ਦੀ ਪ੍ਰੇਰਨਾ ਦਾ ਸਦਕਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਤੇ ਫਿਰ ਭਾਗ ਬਦਲ ਗਏ।
ਫਿਰ ਮਸਤਕ ਦੀਆਂ ਲਕੀਰਾਂ ਗੁਰੂ ਨੇ ਬਦਲ ਦਿੱਤੀਆਂ। ਤੇ ਇੱਕ ਦਿਨ ਛੇਵੇਂ ਜਾਮੇ ਨੇ ਗਲ ਨਾਲ ਲਾ ਕੇ ਕਹਿ ਦਿੱਤਾ, ਵਿਧੀ ਚੰਦ ਸੀਨਾ ਗੁਰੂ ਕਾ ਸੀਨਾ। ਆਪਣੇ ਗਲ ਨਾਲ ਲਾ ਲਿਆ, ਸਾਰਾ ਫਰਕ ਮਿਟਾ ਦਿੱਤਾ। ਇਸ ਤਰ੍ਹਾਂ ਇਹ ਕੋਈ ਪੁਰਾਣੀ ਗੱਲ ਨਹੀਂ ਹੈ। ਸਾਧ ਸੰਗਤ, ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰੱਥ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਬੈਠੇ ਹੋ, ਮਹਾਰਾਜ ਬਿਰਾਜਮਾਨ ਨੇ, ਸਮਰੱਥ ਨੇ, ਤੇ ਪੁਰਾਣੇ ਮਾੜੇ ਲੇਖ ਮਿਟਾ ਕੇ ਨਵੇਂ ਚੰਗੇ ਲੇਖ ਲਿਖ ਦਿੰਦੇ। ਬੜਿਆਂ ਦੀਆਂ ਝੋਲੀਆਂ ਭਰਦੀਆਂ ਨੇ। ਰੋਜ਼ ਸੰਗਤਾਂ ਦੇ ਫੋਨ ਆਉਂਦੇ ਨੇ ਵੀ ਪਟਨਾ ਸਾਹਿਬ ਅਰਦਾਸ ਕੀਤੀ ਹੈ ਤੇ ਮਹਾਰਾਜ ਨੇ ਸਾਡੇ ਤੇ ਇਹ ਕਿਰਪਾ ਕਰ ਦਿੱਤੀ। ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਘਰ ਆਓ, ਅਰਦਾਸ ਕਰੋ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਝੋਲੀਆਂ ਭਰ ਦਿੰਦੇ, ਬਰਕਤਾਂ ਨਾਲ ਨਿਵਾਸ ਦਿੰਦੇ, ਮੇਰਾਂ ਦੀ ਦਾਤ ਝੋਲੀ ਵਿੱਚ ਪਾ ਦਿੰਦੇ ਨੇ। ਸਾਹਿਬ ਆਖਣ ਲੱਗੇ, ਪੁੱਤਰੀ ਤੇਰਾ ਭਾਗ ਬਦਲ ਗਿਆ, ਤੇਰੇ ਪੇਕੇ ਘਰ ਵਿੱਚ ਸਿੱਖੀ ਹੈ, ਅਸੀਂ ਸਿੱਖੀ ਦਾ ਦਾਨ ਤੇਰੀ ਝੋਲੀ 'ਚ ਸਹੁਰੇ ਘਰ ਵੀ ਪਾ ਦਿੰਦੇ ਹਾਂ। ਅਧਿਕ ਸਿੱਖ ਸੁਤ ਤੇਰੋ, ਤੇਰੇ ਘਰ ਵਿੱਚ ਇੱਕ ਐਸਾ ਸਿੱਖ ਪੁੱਤਰ ਜਨਮ ਲਵੇਗਾ। ਮਹਾਰਾਜ ਨੇ ਪਹਿਲੇ ਬਚਨ ਕਰ ਦਿੱਤੇ। ਹੁਣ ਬੜਿਆਂ ਦੀ ਭਾਵਨਾ ਹੁੰਦੀ ਹੈ ਬਈ ਮਹਾਰਾਜ ਜੀ ਦੇ ਘਰ ਆਇਆ ਤੇ ਸਪੁੱਤਰ ਦੀ ਦਾਤ ਮਿਲੇ, ਚੰਗੀ ਆਤਮਾ ਮਿਲੇ, ਸਾਡਾ ਜੀਵਨ ਜਿਹੜਾ ਸੁਖਾਲਾ ਹੋ ਜਾਏ। ਤੇ ਕੁਦਰਤੀ ਇਹ ਬੋਲ ਅੱਜ ਸਾਹਮਣੇ ਵੀ ਆ ਗਏ ਨੇ। ਮਹਾਰਾਜ ਕਹਿਣ ਲੱਗੇ, ਸਿੱਖੀ ਦਾਨ ਦੀਨ ਹਮ ਤੋਹੀ, ਅਧਿਕ ਸਿੱਖ ਸੁਤ ਤੇਰੋ ਹੋਹੀ। ਤੇਰੇ ਘਰ ਵਿੱਚ ਪੁੱਤਰੀ ਐਸਾ ਪੁੱਤਰ ਹੋਵੇਗਾ ਜਿਸ ਕਰਕੇ ਸਿੱਖੀ ਵਿੱਚ ਉਹਦਾ ਵੱਡਾ ਨਾਮ ਹੋਵੇਗਾ, ਉਹ ਵੱਡਾ ਸਨਮਾਨਯੋਗ ਹੋਵੇਗਾ। ਪਤਿ ਪੇ ਸਿੱਖ ਹੋਏ ਹੈ ਭਲੇ। ਤੇ ਪੁੱਤਰੀ ਤੇਰਾ ਪਤੀ ਵੀ ਹਰ ਤਰ੍ਹਾਂ ਕਰਕੇ ਭਲੀ ਭਾਂਤ ਗੁਰੂ ਨਾਨਕ ਦੇ ਘਰ ਦਾ ਸਿੱਖ ਬਣ ਜਾਵੇਗਾ। ਗੁਰ ਸਿੱਖੀ ਕੇ ਮਾਰਗ ਚਲੇ। ਤੇ ਤੂੰ ਹੀ ਸਿੱਖੀ ਦੇ ਮਾਰਗ ਤੇ ਨਹੀਂ ਚੱਲ ਰਹੀ, ਤੇਰਾ ਪਿਤਾ ਪਰਿਵਾਰ ਨਹੀਂ ਚੱਲ ਰਿਹਾ, ਤੇਰਾ ਪਤੀ ਵੀ ਤੇਰੇ ਗੁਰੂ ਨਾਨਕ ਦੇ ਘਰ ਦਾ ਮੁਰੀਦ ਬਣ ਜਾਵੇਗਾ। ਗੁਰ ਬਾਕ ਸੁਨਿਓ ਹਰਿ ਖਾਈ। ਸਾਧ ਸੰਗਤ ਜਿਹਨੂੰ ਗੁਰੂ ਕਹਿ ਦੇਵੇ ਬਈ ਤੇਰੇ ਘਰ ਵਿੱਚ ਸਿੱਖੀ ਦਾ ਬੂਟਾ ਹਰਾ ਭਰਾ ਹੋ ਜਾਏਗਾ, ਤੇਰਾ ਪਤੀ ਵੀ ਸਿੱਖ ਬਣ ਜਾਏਗਾ, ਤੇਰਾ ਪੁੱਤਰ ਵੀ ਮਹਾਨ ਸਿੱਖ ਜਨਮ ਲਵੇਗਾ, ਫਿਰ ਸਾਧ ਸੰਗਤ ਉੱਥੇ ਕੋਈ ਸ਼ੱਕ ਰਹਿ ਜਾਂਦਾ ਹੈ? ਕਿਸੇ ਤਰ੍ਹਾਂ ਦਾ ਕੋਈ ਕਿੰਤੂ ਰਹਿ ਜਾਂਦਾ ਹੈ? ਹਾਂ, ਜਿਨ੍ਹਾਂ ਦੇ ਮਨ ਵਿੱਚ ਗੁਰੂ ਪ੍ਰਤੀ ਵਿਸ਼ਵਾਸ ਨਹੀਂ, ਉਹ ਤਾਂ ਪਹਿਲੇ ਹੀ ਸ਼ੱਕ ਨਾਲ ਭਰੇ ਹੋਏ ਨੇ, ਉਹ ਤਾਂ ਪਹਿਲੇ ਹੀ ਗੁਰੂ ਨਾਲੋਂ ਟੁੱਟੇ ਹੋਏ ਨੇ। ਪਰ ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਉਹ ਗੁਰੂ ਨੂੰ ਦੇਖਦਿਆਂ ਪ੍ਰਭੂ ਨੂੰ ਚੇਤੇ ਕਰਦੇ ਨੇ, ਭਾਵ ਪ੍ਰਭੂ ਰੂਪ ਗੁਰੂ ਨੂੰ ਪਛਾਣ ਲੈਂਦੇ ਨੇ ਬਈ ਅਕਾਲ ਪੁਰਖ ਜੋਤ ਹੈ। ਆਖੇ ਇਸ ਤਰ੍ਹਾਂ ਪਤ ਵੀ ਸਿੱਖ ਹੋਏ ਹੈ ਭਲੋ, ਤੇਰਾ ਪਤੀ ਵੀ ਚੰਗੀ ਤਰ੍ਹਾਂ ਸਿੱਖ ਬਣ ਜਾਵੇਗਾ। ਗੁਰ ਸਿੱਖੀ ਦੇ ਰਾਸ ਬਚਾਈ। ਗੁਰ ਸਿੱਖੀ ਕੇ ਮਾਰਗ ਚਲੇ, ਉਹ ਗੁਰ ਸਿੱਖੀ ਦੇ ਮਾਰਗ ਤੇ ਚੱਲੇਗਾ। ਤੁਮ ਗੁਰ ਬਾਕ ਸੁਨਿਓ ਹਰਿ ਖਾਈ। ਮਹਾਰਾਜ ਜੀ ਦਾ ਇਹ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ ਬੀਬੀ ਜੀ। ਧੰਨ ਗੁਰੂ ਦੇ ਹੱਥ ਬਚਾਈ। ਆਖਿਆ ਹੈ ਗੁਰੂ ਪਾਤਸ਼ਾਹ ਤੁਸੀਂ ਧੰਨ ਹੋ, ਧੰਨ ਹੋ, ਮੈਨੂੰ ਮਿਹਰ ਭਰਿਆ ਹੱਥ ਦੇ ਕੇ ਬਚਾ ਲਿਆ, ਮੇਰੀ ਰਾਖੀ ਕਰ ਲਈ ਹੈ। ਜਬ ਸਾਧੇ ਨੇ ਪਿਖੇ ਨ ਡੋਰੀ। ਤੇ ਭਾਈ ਸਾਧੇ ਨੇ ਜਦ ਪਿੱਛੇ ਦੇਖਿਆ ਵੀ ਡੋਲੀ ਨਹੀਂ ਆ ਰਹੀ ਤੇ ਕੱਲਾ ਮੇਰਾ ਪੁੱਤਰ ਆ ਰਿਹਾ ਹੈ, ਕਲ ਸੁਤੇ ਆਇਓ ਨਿਜ ਹੋਰੀ। ਬਈ ਕੱਲਾ ਆ ਰਿਹਾ, ਡੋਲੀ ਕਿਉਂ ਨਹੀਂ ਆ ਰਹੀ? ਓ ਸਾਧੂ ਡੋਰੀ ਕਤ ਛੋਰੀ। ਤੇ ਆਪਣੇ ਪੁੱਤਰ ਨੂੰ ਪੁੱਛਿਆ ਹੈਰਾਨ ਹੋ ਕੇ ਵੀ ਡੋਲਾ ਕਿੱਥੇ ਰਹਿ ਗਿਆ? ਭਾਈ ਸਾਧੂ ਉਹਨਾਂ ਦਾ ਨਾਮ ਸੀ। ਕਯੋ ਸੋ ਰਮਨੀ ਕਯੋ ਸੋ ਗਮਨੀ ਸਤਿਗੁਰਿਓ। ਤੇ ਸਾਧੂ ਕਹਿਣ ਲੱਗਾ, ਪਿਤਾ ਜੀ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਵੱਲ ਦਰਸ਼ਨ ਕਰਨ ਗਈ ਹੈ। ਸੁਨ ਸੁਤ ਤੇਰੀ ਸੁਰ ਮੈਂ ਛਾਈ। ਗੁਰੂ ਜੀ ਦਾ ਨਾਮ ਸੁਣਿਆ ਨਾ ਤੇ ਮਨ ਸਾਧੇ ਦਾ ਕ੍ਰੋਧ ਨਾਲ ਭਰ ਗਿਆ। ਆਖਿਆ ਹੈ ਕੀ ਕਰ ਦਿੱਤਾ? ਅਸੀਂ ਤਾਂ ਸਰਵਰੀਏ ਦੇ ਚੇਲੇ ਹਾਂ, ਅਸੀਂ ਤਾਂ ਉਹਦੇ ਝੂਠੇ ਰੋਟ ਖਾਣ ਵਾਲੇ ਹਾਂ,
ਇਹ ਕੀ ਕੀਤਾ, ਗੁਰੂ ਦਾ ਨਾਮ ਕਿਉਂ ਲਿਆ? ਕਯੋ ਕਰਾਂ ਗੁਰ ਨਿਕਟ ਪਠਾਇ, ਕਿਉਂ ਤੂੰ ਗੁਰੂ ਦੇ ਕੋਲ ਜਾਣ ਦਿੱਤਾ ਹੈ? ਕੋਪ ਸਰਬਰ ਸੁਲਤਾਨ, ਸਾਡੇ ਤੇ ਦਾ ਸੁਲਤਾਨ ਸਖੀ ਸਰਵਰ ਕ੍ਰੋਧੀ ਹੋ ਜਾਵੇਗਾ। ਗੁਰ ਕੇ ਨਾਮ ਨ ਭੂਲ ਬਖਾਨ, ਭੁੱਲ ਕੇ ਵੀ ਕਦੀ ਗੁਰੂ ਦਾ ਨਾਮ ਨਹੀਂ ਲੈਣਾ। ਸਾਡੇ ਪੀਰ ਦਾ ਹੀ ਨਾਮ ਵੱਡਾ ਹੈ। ਚਾਹੋ ਤੁਰਤ ਡੋਰੀ ਲੈ ਜਾ ਆ, ਤੁਰੰਤ ਜਾ ਕੇ ਡੋਲੀ ਨੂੰ ਵਾਪਸ ਲੈ ਆ ਸਨੇ ਸਨੇ ਤਿਸ ਕਰ ਤੇ ਸਮਝਾਵੋ, ਹੌਲੀ ਹੌਲੀ ਸਮਝਾਉਣਾ ਵੀ ਅਸੀਂ ਗੁਰੂ ਦੇ ਘਰ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ। ਸੁਨਤ ਪਿਤਾ ਤੇ ਗੁਰ ਟਿਕ ਗਇਓ। ਇਸ ਤਰ੍ਹਾਂ ਭਾਈ ਸਾਧੂ ਭਾਈ ਆਕੁਲ ਜੀ ਦੇ ਦਾਮਾਦ ਆਪਣੇ ਪਿਤਾ ਕੋਲੋਂ ਇੱਕ ਬੋਲ ਸੁਣ ਕੇ ਤੇ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਗਿਆ। ਜੋਗੇ ਭਾਗ ਬਿਲੋਕਤ ਪਇਓ, ਭਾਈ ਸਾਹਿਬ ਲਿਖਦੇ ਨੇ ਇਸ ਦੇ ਵੀ ਭਾਗ ਜਾਗ ਪਏ। ਉਧਰ ਗੁਰੂ ਸਾਹਿਬ ਜੀ ਦਾ ਬਚਨ ਵੀ ਹੋਇਆ ਬਈ ਪੁੱਤਰੀ ਤੇਰਾ ਪਤੀ ਵੀ ਸਿੱਖ ਹੋਵੇਗਾ, ਤੇਰੇ ਘਰ ਵਿੱਚ ਪੁੱਤਰ ਬਣ ਕੇ ਵੀ ਮਹਾਨ ਪਵਿੱਤਰ ਆਤਮਾ ਆਵੇਗੀ, ਸਿੱਖੀ ਦਾ ਵੱਡਾ ਬੋਲਬਾਲਾ ਹੋਵੇਗਾ, ਤੇਰਾ ਵੱਡਾ ਸਨਮਾਨ ਰਹੇਗਾ। ਤੇ ਇਧਰ ਇਹ ਵੀ ਮਹਾਰਾਜ ਕੋਲ ਆ ਗਿਆ ਹੈ। ਇਸ ਕਰ ਗਇਓ ਹਟਾਵਨ ਜੋਏ, ਜਿਹੜਾ ਕ੍ਰੋਧ ਨਾਲ ਭਰਿਆ ਆਪਣੀ ਸੁਪਤਨੀ ਨੂੰ, ਭਾਈ ਆਕੁਲ ਜੀ ਦੀ ਸੁਪੁੱਤਰੀ ਨੂੰ ਮੋੜਨ ਵਾਸਤੇ ਜਿਹੜਾ ਆਇਆ ਸੀ, ਗੁਰ ਦਰਸ਼ਨ ਤੇ ਸੀਤਲ ਹੋਏ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਮਨ ਸ਼ਾਂਤ ਹੋ ਗਿਆ, ਮਨ ਠੰਡਾ ਠਾਰ ਹੋ ਗਿਆ। ਗਇਓ ਨ ਗਇਓ ਬੰਦਨਾ ਠਾਨੀ, ਰਿਹਾ ਨਾ ਗਿਆ ਮਹਾਰਾਜ ਜੀ ਦੇ ਚਰਨਾਂ ਤੇ ਆਪ ਮੁਹਾਰੇ ਹੀ ਸਿਰ ਰੱਖ ਦਿੱਤਾ, ਨਮਸਕਾਰ ਕੀਤੀ ਹੈ। ਬੈਠਿਓ ਨਿਕਟ ਕਿਰਪਾਲ ਤੇ ਵਖਾਨੀ, ਨੇੜੇ ਮਹਾਰਾਜ ਜੀ ਦੇ ਚਰਨਾਂ ਕੋਲ ਆਪਣੀ ਸੁਪਤਨੀ ਦੇ ਕੋਲ ਹੀ ਬੈਠ ਗਿਆ ਤੇ ਕਿਰਪਾ ਦੇ ਘਰ ਸਤਿਗੁਰੂ ਜੀ ਨੇ ਬਚਨ ਆਖੇ। ਗੁਰ ਕੋ ਸਿੱਖ ਸਸੁਰ ਹੈ ਤੋਰਾ, ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਸਾਧੂ ਤੇਰਾ ਸਸੁਰ ਤੇਰਾ ਸਹੁਰਾ ਤਾਂ ਗੁਰੂ ਨਾਨਕ ਦਾ ਸਿੱਖ ਹੈ, ਇਸ ਕੀ ਸੁਤਾ ਸੰਬੰਧ ਹੈ ਜੋਰਾ। ਤੇ ਉਸ ਸਿੱਖ ਦੀ ਸੁਪੁੱਤਰੀ ਨਾਲ ਤੇਰਾ ਰਿਸ਼ਤਾ ਜੁੜਿਆ ਹੈ। ਅਬ ਤੁਮ ਤਜੋ ਤੁਰਕ ਕੀ ਸੇਵਾ, ਹੁਣ ਤੁਸੀਂ ਤੁਰਕ ਦੀ ਜਿਹੜੀ ਸੇਵਾ ਹੈ ਨਾ, ਭਾਵ ਸਖੀ ਸਰਵਰ ਦੀ, ਉਹ ਛੱਡ ਦਿਓ, ਉਹਦੀ ਪੂਜਾ ਛੱਡ ਦੇਵੋ। ਮਾਨੋ ਸ੍ਰੀ ਮਾਨੋ ਸ੍ਰੀ ਨਾਨਕ ਤੇ ਗੁਰਦੇਵਾ, ਬਾਕੀ ਸਭ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਮੰਨਣਾ ਸ਼ੁਰੂ ਕਰੋ, ਭਾਵ ਗੁਰੂ ਨਾਲ ਜੁੜ ਜਾਵੋ। ਦੇਹੋ ਦਰੂਦ ਫੇਰ ਤੁਮ ਖਾਵੋ, ਉਹ ਦਰੂਦ ਦੁਆ ਪੜ੍ਹ ਕੇ ਤੇ ਦਿੰਦਾ ਹੈ ਤੇ ਫਿਰ ਝੂਠਾ ਤੁਸੀਂ ਉਹਦਾ ਪ੍ਰਸਾਦ ਖਾਂਦੇ ਹੋ। ਤੁਰਕ ਝੂਠ ਤੇ ਜਨਮ ਗਵਾਵੋ, ਤੇ ਤੁਰਕ ਦੀ ਝੂਠ ਖਾ ਕੇ ਆਪਣਾ ਜਨਮ ਜ਼ਾਇਆ ਕਰਦੇ ਹੋ। ਹਿੰਦ ਸਰੀਰ ਪਰਮੇਸ਼ਵਰ ਦੀਨਾ, ਤੁਹਾਨੂੰ ਇਸ ਘਰ ਵਿੱਚ ਸਰੀਰ ਹਿੰਦੂਆਂ ਦੇ ਘਰ ਵਿੱਚ ਮਿਲਿਆ ਹੈ ਕਯੋ ਵਿਅਰਥ ਖੋਵੋ ਮਤਹੀਨਾ, ਤੇ ਤੁਸੀਂ ਮਤਹੀਣ ਹੋ ਕੇ ਆਪਣਾ ਜਨਮ ਜ਼ਾਇਆ ਕਰ ਰਹੇ ਹੋ। ਇਤਿਆਦਿਕ ਜਬ ਗੁਰੂ ਸੁਨਾਇਓ, ਇਸ ਤਰ੍ਹਾਂ ਜਦ ਬੋਲ ਮਹਿਮਾ ਦੇ ਮਾਲਕ ਮੇਰੀਆਂ ਪੀਰੀਆਂ ਦਾਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖੇ, ਸਾਧੂ ਬਾਲਕ ਤਬ ਬਿਰਮਾਇਓ, ਤੇ ਸਾਧੂ ਦਾ ਪੁੱਤਰ ਜਿਹੜਾ ਸਾਧੂ ਹੈ, ਇਹਦਾ ਮਨ ਜਿਹੜਾ ਸੀ ਮਹਾਰਾਜ ਜੀ ਦੇ ਨਾਲ ਆ ਜੁੜਿਆ। ਕਰਿਓ ਵਿਚਾਰਨ ਬਚ ਸ੍ਰੀ ਗੁਰ ਕਾ, ਤੇ ਮਨ ਵਿੱਚ ਮਹਾਰਾਜ ਜੀ ਦੇ ਬਚਨਾਂ ਪ੍ਰਤੀ ਵਿਚਾਰ ਕੀਤੀ ਹੈ। ਹਮ ਹਿੰਦੂ ਕਿਉਂ ਮਾਨੇ ਤੁਰਕਾ, ਅਸੀਂ ਤਾਂ ਹਿੰਦੂਆਂ ਦੇ ਘਰ 'ਚ ਪੈਦਾ ਹੋਏ ਆ, ਅਸੀਂ ਤੁਰਕਾਂ ਨੂੰ ਕਿਉਂ ਮੰਨਣਾ ਹੋਇਆ? ਹਰ ਕੈ ਰੋਰ ਦਰੂਦ ਦੀਵਾਰ, ਰੋਟ ਬਣਾ ਕੇ ਤੇ ਫਿਰ ਦੁਆ ਆਪਣੀ ਦਰੂਦ ਪੜ੍ਹ ਕੇ ਸਾਨੂੰ ਦਿੰਦੇ ਹਨ। ਤੁਰਕ ਝੂਠ ਲਖ ਕਰ ਪੁਨ ਖਾਵੇ, ਤੇ ਸਾਨੂੰ ਪਤਾ ਵੀ ਹੈ ਵੀ ਇਹ ਚੱਕ ਮਾਰ ਕੇ ਝੂਠਾ ਕਰਦਾ ਤੇ ਫਿਰ ਝੂਠ ਖਾਂਦੇ ਹਾਂ। ਤਰਕ ਵਿਚਾਰਨ ਕੀਨ ਬਡੇਰੀ, ਇਸ ਤਰ੍ਹਾਂ ਮਨ ਵਿੱਚ ਤਰਕ ਜਾਗਿਆ, ਵਿਚਾਰ ਜਾਗੀ ਹੈ। ਗੁਰ ਪਗ ਲਪਟਾਇਓ ਤਿਸ ਵੇ, ਅੱਖਾਂ ਵਿੱਚ ਹੰਸੂ ਆ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਲਿਪਟ ਗਿਆ, ਕਦਮਾਂ ਨੂੰ ਗਲ ਵਕੜੀ ਕਰ ਲਈ, ਘੁੱਟ ਕੇ ਮਹਾਰਾਜ ਜੀ ਦੇ ਚਰਨ ਪਕੜ ਲਏ। ਮੋਕੋ ਆਪਣੋ ਸਿੱਖ ਬਣਾਵੋ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਵੀ ਸਿੱਖੀ ਬਖਸ਼ ਦਿਓ, ਮੈਂ ਐਵੇਂ ਹੀ ਸਖੀ ਸਰਵਰੀ ਇਹਦਾ ਚੇਲਾ ਬਣਿਆ ਰਿਹਾ,
ਮੈਨੂੰ ਵੀ ਆਪਣਾ ਸਿੱਖ ਬਣਾ ਲਵੋ। ਤੁਰਕ ਸੇਵਤੇ ਮੋਹਿ ਹਟਾਵੋ। ਆ ਤੁਰਕਾਂ ਦੀ ਸੇਵਾ ਕਰਨ ਤੋਂ ਮੈਨੂੰ ਬਚਾ ਲਵੋ। ਸਰਧਾ ਵਧੀ ਜਾਨ ਗੁਣ ਖਾਨੀ। ਤੇ ਗੁਣਾਂ ਦੀ ਖਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੇਖਿਆ ਵੀ ਸ਼ਰਧਾ ਬਣ ਗਈ, ਮਨ ਵਿੱਚ ਵਿਸ਼ਵਾਸ ਭਰੋਸਾ ਤੇ ਮੰਗ ਬਣ ਗਈ ਹੈ ਸਿੱਖੀ ਦੀ। ਚਰਣਾ ਅੰਮ੍ਰਿਤ ਦੇਨੋ ਦੁਖ ਹਾਨੀ। ਤੇ ਚਰਨਾ ਅੰਮ੍ਰਿਤ, ਚਰਨਾਂ ਦਾ ਅੰਗੂਠਾ ਜਲ ਨਾਲ ਸੁਹਾ ਕੇ ਮਹਾਰਾਜ ਜੀ ਨੇ ਦਿੱਤਾ, ਆਖਿਆ ਲਓ ਛਕੋ ਤੇ ਗੁਰੂ ਨਾਨਕ ਦੇ ਸਿੱਖ ਬਣ ਜਾਓ। ਸਤਨਾਮ ਸਿਮਰਨ ਉਪਦੇਸਾ। ਤੇ ਦਿਨ ਰਾਤ ਸਤਨਾਮ ਭਾਵ ਗੁਰੂ ਦੇ ਨਾਮ ਦਾ ਸਿਮਰਨ ਕਰਨਾ ਉਪਦੇਸ਼ ਦਿੱਤਾ। ਤਬ ਸੁਤ ਉਪਜੈ ਸਿੱਖ ਵਿਸ਼ੇਸਾ। ਤੇਰੇ ਘਰ ਵਿੱਚ ਜੇ ਨਾਮ ਜਪੇਗਾ ਤੇ ਵਿਸ਼ੇਸ਼ ਸਨਮਾਨ ਯੋਗ ਆਤਮਾ ਤੇਰੇ ਘਰ ਵਿੱਚ ਸਿੱਖ ਬਣ ਕੇ ਆਵੇਗੀ। ਹਾਂਜੀ। ਸੁਨ ਕਰ ਦੰਪਤੁਰ ਹਰ ਖਾਏ। ਇਹ ਦੋਵੇਂ ਜੀ ਭਾਈ ਸਾਧੂ ਤੇ ਬੀਬੀ ਸੂਰਤੀ ਬਹੁਤ ਪ੍ਰਸੰਨ ਹੋਏ। ਗੁਰ ਸਿੱਖੀ ਦਿੜ ਕਰ ਚਲ ਆਏ। ਤੇ ਗੁਰ ਸਿੱਖੀ ਦ੍ਰਿੜ ਕਰਕੇ, ਬੀਬੀ ਜੀ ਤਾਂ ਪਹਿਲਾਂ ਹੀ ਸਿੱਖ ਸਨ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਦਾ ਪਤੀ ਵੀ ਸਿੱਖੀ ਦ੍ਰਿੜ ਕਰਕੇ ਦੋਵੇਂ ਆਏ ਹਨ। ਮਿਲੇ ਬਰਾਤ ਆਨ ਮਗ ਚਲੇ। ਔਰ ਇਸ ਤਰ੍ਹਾਂ ਦੇ ਨਾਲ ਫਿਰ ਬਰਾਤ ਨਾਲ ਆ ਮਿਲੇ ਤੇ ਰਸਤੇ ਤੁਕਲਾਣੀ ਦੇ ਪੈ ਗਏ। ਤੁਕਲਾਣੀ ਪੁਰ ਮਾਰਗ ਭਲੇ। ਤੁਕਲਾਣੀ ਨਗਰ ਵਾਲੇ ਪਾਸੇ ਨੂੰ ਗੁਰੂ ਗੁਰੂ ਕਰਦੇ ਹੋਏ ਚੱਲੇ ਹਨ। ਜਬ ਘਰ ਗਏ ਨਾਰ ਸਮੁਦਾਏ। ਔਰ ਇਸ ਤਰ੍ਹਾਂ ਜਦੋਂ ਘਰ ਗਏ ਨੇ ਤੇ ਫਿਰ ਬਹੁਤ ਸਾਰੀਆਂ ਪਰਿਵਾਰ ਦੀਆਂ ਇਸਤਰੀਆਂ ਜਿਵੇਂ ਉਹ ਚਾਹ ਮਲਹਾਰ ਕਰਦੀਆਂ ਸਨ ਉਹ ਸਾਰੀਆਂ ਆਈਆਂ ਹਨ। ਮਿਲੀ ਗੀਤ ਗਾਵਤ ਹਰ ਖਾਏ। ਬਹੁਤ ਪ੍ਰਸੰਨ ਹੋ ਕੇ ਉਹਨਾਂ ਨੇ ਗੀਤ ਗਾਏ ਸਗਨਾਂ ਦੇ। ਸਰਵਰ ਕੇ ਮੁਕਾਮ ਲੈ ਗਏ। ਜਿੱਥੇ ਸਖੀ ਸਰਵਰੀਏ ਦੀ ਕਬਰ ਬਣਾਈ ਸੀ ਨਾ ਉੱਥੇ ਲੈ ਗਏ ਹਨ। ਫੂਲੋ ਦੁਲਹਨ ਦੇਖੀ ਨਹੀਂ। ਤੇ ਨਵੀਂ ਦੁਲਹਨ ਦੋਹਾਂ ਨੇ ਦੇ ਸਾਰਿਆਂ ਨੇ ਦੇਖੀ ਹੈ। ਪ੍ਰਿੰਦ ਤਰਖਾਣ ਤਰਖਾਣੀ ਮਿਲੇ। ਆਪ ਤਰਖਾਣ ਬਰਾਦਰੀ ਵਿੱਚ ਸਨ ਤੇ ਬਹੁਤ ਸਾਰੀਆਂ ਇਸਤਰੀਆਂ ਪੁਰਸ਼ ਸਾਰੇ ਆਏ ਹਨ। ਹੈ ਕਿ ਸਿਰ ਟੇਕੋ ਇਸ ਥਲੇ। ਤੇ ਸਾਰੇ ਕਹਿਣ ਲੱਗੇ ਭਾਈ ਸਾਧੂ ਨੂੰ, ਬੀਬੀ ਜੀ ਨੂੰ ਵੀ ਇੱਥੇ ਸਖੀ ਸਰਵਰੀਏ ਦੀ ਕਬਰ ਤੇ ਮੱਥਾ ਟੇਕੋ। ਸੁਨ ਸਾਧੂ ਨੇ ਲਾਤ ਪ੍ਰਹਾਰੀ। ਤੇ ਭਾਈ ਸਾਧੂ ਜੋ ਨਵੀਂ ਨਵੀਂ ਸਿੱਖੀ ਧਾਰਨ ਕਰਕੇ ਆਏ ਨੇ ਪਰ ਗੁਰੂ ਦੀ ਕਿਰਪਾ ਦੇ ਪਾਤਰ ਬਣੇ ਹਨ। ਜਦੋਂ ਉਹਨਾਂ ਨੇ ਬਾਰ-ਬਾਰ ਕਿਹਾ ਮੱਥਾ ਟੇਕੋ ਮੱਥਾ ਟੇਕੋ, ਇਹ ਦੋਵੇਂ ਖੜੇ ਰਹੇ। ਇਹਨਾਂ ਨੇ ਮੱਥਾ ਨਹੀਂ ਟੇਕਿਆ ਤੇ ਕਿਹਾ ਬਈ ਅਸੀਂ ਮੱਥਾ ਨਹੀਂ ਟੇਕਣਾ। ਉਹਨਾਂ ਫਿਰ ਜਦ ਬਾਰ-ਬਾਰ ਕੰਪੈਲ ਕੀਤਾ ਤੇ ਫਿਰ ਭਾਈ ਸਾਧੂ ਨੇ ਜ਼ੋਰ ਨਾਲ ਉਸ ਕਬਰ ਤੇ ਲੱਤ ਮਾਰੀ। ਆਖਿਆ ਮੈਂ ਲੱਤ ਮਾਰਦਾ ਹਾਂ ਸਰਵਰੀਏ ਨੂੰ। ਮਨਤਾ ਹਮੋ ਵਿਸਾਰੀ। ਅੱਜ ਤੋਂ ਲੈ ਕੇ ਅਸੀਂ ਤੁਰਕਾਂ ਨੂੰ ਮੰਨਣਾ ਛੱਡ ਦਿੱਤਾ ਹੈ ਕਿਉਂਕਿ ਅਸੀਂ ਗੁਰੂ ਨਾਨਕ ਦੇ ਸਿੱਖ ਹੋ ਗਏ। ਇਹ ਗੱਲ ਸੁਣ ਕੇ ਤੇ ਸਾਰੇ ਨਗਰ ਵਿੱਚ ਜਿਵੇਂ ਮਾਤਮ ਛਾ ਜਾਂਦਾ ਹੈ ਨਾ, ਕਿਉਂਕਿ ਸਖੀ ਸਰਵਰੀਏ ਡਰਦੇ ਬੜੇ ਸਨ ਉਸ ਤੋਂ। ਆਖਣ ਲੱਗੇ ਤਾਂ ਬੜਾ ਪਾਪ ਹੋ ਗਿਆ, ਗੁਨਾਹ ਹੋ ਗਿਆ। ਤਰ੍ਹਾਂ ਤਾਰਾਂ ਨਾਲ ਸਮਝਾਉਂਦੇ ਨੇ ਬਈ ਨਹੀਂ ਤੂੰ ਸਖੀ ਸਰਵਰੀਏ ਨੂੰ ਹੀ ਮੰਨ, ਤੂੰ ਗੁਰੂ ਦਾ ਨਾਮ ਨਾ ਲੈ, ਤੂੰ ਕਬਰਾਂ ਨੂੰ ਮੱਥਾ ਟੇਕ। ਹੁਣ ਬਾਕੀ ਵਿਚਾਰ ਆਪ ਕੱਲ ਸੁਣੋਗੇ ਬਈ ਕਬਰਾਂ ਨੂੰ ਫਿਰ ਮੱਥਾ ਟੇਕਿਆ ਕਿ ਨਹੀਂ ਟੇਕਿਆ। ਅੱਗੋਂ ਫਿਰ ਕਿਵੇਂ ਇਹਨਾਂ ਦੇ ਘਰ ਵਿੱਚ ਭਾਈ ਰੂਪ ਚੰਦ ਜੀ ਦਾ ਜਨਮ ਹੋਇਆ, ਜਿਸ ਦੀ ਕੁਲ ਭਾਈ ਰੂਪਾ। ਮਹਾਰਾਜ ਜੀ ਨੇ ਇਹਨਾਂ ਨੂੰ ਕਿਹਾ ਸੀ ਵੀ ਆਪਣਾ ਨਗਰ ਵਸਾਓ। ਭਾਈ ਰੂਪਾ ਨਗਰ ਉਹਨਾਂ ਦਾ ਹੀ ਹੈਗਾ। ਇਹ ਸਾਰੀ ਮਹਾਨ ਗਾਥਾ ਆਪ ਕੱਲ ਸਰਵਣ ਕਰੋਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ। ਗੁਰੂ ਪਾਤਸ਼ਾਹ ਜੀ ਦੀ ਅਥਾਹ ਨਿਵਾਜਤ ਸਦਕਾ, ਮਿਹਰ ਸਦਕਾ ਸਭ ਦੀਆਂ ਹਾਜ਼ਰੀਆਂ ਗੁਰੂ ਬਾਬੇ ਦੇ ਘਰ ਵਿੱਚ ਲੱਗੀਆਂ ਹਨ। ਕੌਮ ਦੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਮਹਾਰਾਜ ਜੀ ਦੇ ਘਰ ਦੇ ਨਿਵਾਜੇ ਹੋਏ ਸਰਦਾਰ ਇੰਦਰਜੀਤ ਸਿੰਘ ਜੀ ਟਾਟਾ ਨਗਰ ਵਾਲੇ, ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਮਹਾ ਸਚਿਵ ਹੋਣ ਦਾ ਮਾਣ ਬਖਸ਼ਿਆ ਹੈ। ਸਰਦਾਰ ਹਰਬੰਸ ਸਿੰਘ ਜੀ ਖਨੋਜਾ ਜੋ ਸਚਿਵ ਹਨ, ਮੀਰ ਮੁਨਸ਼ੀ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਉਹ ਵੀ ਪਹੁੰਚੇ ਹੋਏ ਹਨ। ਹੋਰ ਵੀ ਮਹਾਰਾਜ ਜੀ ਦੇ ਦਰੋਂ ਨਿਵਾਜੇ ਹੋਏ ਗੁਰੂ ਕੇ ਸੇਵਕ ਹਾਜ਼ਰੀਆਂ ਭਰ ਰਹੇ ਹਨ। ਸਾਹਿਬ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਤੇ ਜੋ ਜੋ ਮੰਗ ਲੈ ਕੇ ਆਏ ਹੋ ਮਹਾਰਾਜ ਤੁਹਾਡੀਆਂ ਝੋਲੀਆਂ ਭਰਨ।
ਗੁਰੂ ਸਾਹਿਬ ਖਾਲੀ ਜਾਣ ਹੀ ਨਹੀਂ ਦਿੰਦੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਹੋਵਣ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ ਵਿੱਚ ਪਵਾਉਣੀ ਹੈ। ਉਸ ਤੋਂ ਪਹਿਲੇ ਇੱਕ ਦੋ ਬੇਨਤੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਸੰਗਤਾਂ ਦੀ ਰਿਹਾਇਸ਼ ਲਈ, ਨਵੇਂ ਬਣ ਰਹੇ ਹਸਪਤਾਲਾਂ ਲਈ ਜੋ ਤਾਮੀਰ ਹੋਣ ਜਾ ਰਹੀ ਹੈ, ਉਹਨਾਂ ਵਿੱਚ ਜੋ ਇੱਕ ਕਮਰੇ ਦੀ ਸੇਵਾ ਹੈ ਉਹ 10 ਲੱਖ ਰੁਪਇਆ ਤਖਤ ਸਾਹਿਬ ਵੱਲੋਂ ਨਿਰਧਾਰਿਤ ਕੀਤੀ ਗਈ ਹੈ ਔਰ ਦਰਮਿਆਨੇ ਕਮਰੇ ਦੀ ਸੇਵਾ 8 ਲੱਖ ਰੁਪਏ ਨਿਰਧਾਰਿਤ ਕੀਤੀ ਗਈ। ਬਹੁਤ ਸਾਰੀਆਂ ਸੰਗਤਾਂ ਵੱਲੋਂ ਰੋਜ਼ਾਨਾ ਹੀ ਮਾਇਆ ਆ ਰਹੀ ਹੈ, ਜਿਨ੍ਹਾਂ ਨੂੰ ਮਹਾਰਾਜ ਨੇ ਬਖਸ਼ਿਸ਼ ਦਿੱਤੀ ਹੈ ਤੇ ਸੋਝੀ ਦਿੱਤੀ ਹੈ ਬਈ ਦਾਤਾਂ ਗੁਰੂ ਦੀਆਂ ਹਨ। ਇਹ ਸ਼ਬਦ ਮੈਂ ਬਾਰ-ਬਾਰ ਆਪ ਨਾਲ ਸਾਂਝੇ ਕਰਦਾ ਬਈ ਅਸੀਂ ਕਿਸੇ ਕੋਲੋਂ ਮੰਗ ਨਹੀਂ ਰਹੇ, ਅਸੀਂ ਸਿਰਫ ਦੱਸ ਰਹੇ, ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਬਈ ਇਹ ਵੱਡੀਆਂ ਸੇਵਾਵਾਂ ਪ੍ਰਾਰੰਭ ਨੇ। ਇਹਨਾਂ ਵਿੱਚ ਜਿਨ੍ਹਾਂ ਨੂੰ ਮਹਾਰਾਜ ਨੇ ਦਾਤਾਂ ਬਖਸ਼ੀਆਂ ਉਹਨਾਂ ਨੇ ਕਰਨਾ, ਦੂਜਿਆਂ ਨੇ ਕਿੱਥੋਂ ਕਰ ਲੈਣਾ। ਤੇ ਜਿਨ੍ਹਾਂ ਨੂੰ ਇਹ ਸਮਝ ਵੀ ਹੈ ਬਈ ਇਹ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਤੇ ਗੁਰੂ ਪਾਤਸ਼ਾਹ ਦੇ ਘਰ ਵਿੱਚ ਭੇਟ ਕਰਨੀ ਹੈ, ਮਹਾਰਾਜ ਉਹਨਾਂ ਨੂੰ ਤੌਫੀਕ ਬਖਸ਼ਦੇ ਨੇ, ਭਾਵਨਾ ਬਖਸ਼ਦੇ ਨੇ ਤੇ ਉਹ ਸੇਵਾ ਵਿੱਚ ਆਪਣਾ ਯੋਗਦਾਨ ਪਾ ਲੈਂਦੇ ਨੇ। ਇਹ ਖਾਤੇ ਕਿਸੇ ਵਿਅਕਤੀ ਦੇ ਨਾਮ ਤੇ ਨਹੀਂ, ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਾਮ ਤੇ ਇਹ ਖਾਤੇ ਹਨ। ਆਨਲਾਈਨ ਆਪਣੀ ਮਾਇਆ ਭੇਜ ਸਕਦੇ ਹੋ, ਆ ਕੇ ਸੇਵਾ ਕਰ ਸਕਦੇ ਹੋ। ਜਿਸ ਤਰ੍ਹਾਂ ਮਹਾਰਾਜ ਮਿਹਰ ਕਰਨ, ਆਪਾਂ ਸਾਰਿਆਂ ਨੇ ਸੇਵਾ ਵਿੱਚ ਆਪਣਾ ਹਿੱਸਾ ਪ੍ਰਾਪਤ ਕਰਨਾ ਹੈ। ਬਾਰੰਬਾਰ ਫਿਰ ਤੋਂ ਸਭ ਦਾ ਧੰਨਵਾਦ। ਆਓ ਮਿਲ ਕੇ 2 ਮਿੰਟ ਵਾਸਤੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।